वाहिगुरु जी का खालसा वाहिगुरु जी की फतेह। धर्म रक्षक त्याग अनुराग वैराग दी मूरत सगल सृष्टि दी चादर परोपकारी सतगुरु धन धन श्री गुरु तेग बहादुर साहिब जी सतगुरां जी दे पावन पवित्र स्थान गुरुद्वारा श्री दुख निवारण साहिब विखे चवर शतर तखत दे मालक शब्दाय अवतार दस पातशाहियों के आत्मक स्वरूप हाजरा हजूर जहरा जहूर सर्व कला भरपूर धन धन श्री गुरु ग्रंथ साहिब पातशाह जी की पावन पवित्र हजूरी अंदर अमृत वेले तो सजे हुए सुंदर सचखंड दीवाना दे विच हाजरियां भर रहे सतगुरां जी दे परम प्यार विच परोती होई गुरु सवारी गुरु खालसा सत संगत जीओ धनता दे योग हो उत्तम भाग हन जो आप जी नेता प्रत गुरु चरणा दे विच जुड़ करके अमृत बाणी हर हर तेरी सुन सुन होवै परम गत मेरी जलन बुझी शीतल होए मनुआ सतगुरु का दर्शन पाए जियो। धन साहिब श्री गुरु ग्रंथ साहिब पातशाह जी दे दर्शन दीदार करदे हो गुरु चरणां दे विच जुड़ करके अमृतमय बाणी आसा की वार दे कीर्तन गुरु शब्द दी विचार नूं सरवण करके मनुखा जीवन का लाहा प्राप्त करते हो। बहुत ही प्रेम से गुरु के कीर्तनीय आस्था की वार दे शब्द कीर्तन गायन कर रहे सन। आप बड़े आनंद दे सहित रबी बाणी दे शब्द कीर्तन सरवण कर रहे सी। उपरंत अमृत वेले धन साहिब श्री गुरु ग्रंथ साहिब पातशाह जी ने पावन तख्तां ते सुभाए मन होकर के जो पावन मुख वाक दी दात सानू बख्शिश कीती साडे जीवां दे भले हित जो हुणे आप जी ने सरवण कीते हन। अमृत वेले आए हुए पावन मुख वाक दी विचार करन दे लई आपां सारे जुड़ बैठे हाँ। निमाणियां दे मान निताणियां दे तान न्योटियां दी ओट निआसरियां दे आसरे नितरियां दी धिर निगतियां दी गत निपतियां दी पत भले अमरदास गुण तेरे तेरी उपमा तोहे बनावे। धन साहिब श्री गुरु अमरदास पातशाह जी
ਸਤਿਗੁਰਾਂ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਉਹ ਸ਼ਬਦ ਹੈ, ਜਿਸ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਇਸਤਰੀ ਜਿਹੜੀ ਸੁਹਾਗਣ ਹੈ, ਜਿਹੜੀ ਪਤੀ ਬ੍ਰਤ ਧਰਮ ਨੂੰ ਪਾਲਦੀ ਹੈ, ਪਤੀ ਦੀ ਆਗਿਆਕਾਰੀ ਹੈ, ਉਹ ਅਸਲ ਸੁਹਾਗਣ ਇਸਤਰੀ ਹੈ, ਉਹ ਸੁਹਾਗ ਵਾਲੀ ਹੈ, ਉਹ ਸੰਸਾਰ ਵਿੱਚ ਸ਼ੋਭਾ ਪਾਉਂਦੀ ਹੈ। ਸੰਸਾਰ ਦੇ ਅੰਦਰ ਉਹਨੂੰ ਮਾਣ ਪ੍ਰਾਪਤ ਹੁੰਦਾ ਹੈ, ਇੱਜ਼ਤ ਮਿਲਦੀ ਹੈ, ਸੰਸਾਰ ਉਹਦੀ ਸ਼ੋਭਾ ਕਰਦਾ ਹੈ। ਤੇ ਜਿਹੜੀਆਂ ਪਤੀ ਦੀ ਆਗਿਆਕਾਰ ਨਹੀਂ, ਪਤੀ ਬ੍ਰਤ ਧਰਮ ਵਿੱਚ ਪ੍ਰਪੱਕ ਨਹੀਂ, ਉਹਨਾਂ ਨੂੰ ਸਾਹਿਬ ਜੀ ਨੇ ਵੀ ਗੁਰਬਾਣੀ ਦੇ ਅੰਦਰ ਦੁਹਾਗਣ, ਕੁਚੱਜੀ, ਅਨੇਕਾਂ ਅਜਿਹੇ ਸ਼ਬਦ ਉਹਨਾਂ ਦੇ ਬਾਬਤ ਜਿਹੜੇ ਵਰਤੇ ਨੇ। ਜੋ ਛੁੱਟੜ ਘਰ ਘਰ ਫਿਰੈ, ਦੁਚਾਰਨ ਬਦਨਾਓ। ਇਸ ਸ਼ਬਦ ਦੇ ਅੰਦਰ ਜਿਸ ਤਰ੍ਹਾਂ ਵੱਡੀ ਉਮਰ ਦੀ, ਸਿਆਣੀ ਉਮਰ ਦੀ ਜਿਹੜੀ ਔਰਤ ਹੈ, ਉਹ ਜਿਹੜੀ ਕੁਆਰੀ ਹੈ, ਜਵਾਨ ਉਮਰ ਵਿੱਚ ਹੈ, ਉਹਨੂੰ ਸਮਝਾਉਂਦੀ ਹੈ ਕਿ ਪਤੀ ਦੀ ਖੁਸ਼ੀ ਕਿਵੇਂ ਮਿਲ ਸਕਦੀ ਹੈ, ਪਤੀ ਦਾ ਪਿਆਰ ਕਿਵੇਂ ਮਾਣਿਆ ਜਾ ਸਕਦਾ ਹੈ। ਜਿਹੜੀ ਸੁਹਾਗਣ ਹੈ, ਜਿਹਨੇ ਪਤੀ ਬ੍ਰਤ ਧਰਮ ਨੂੰ ਪਾਲਿਆ ਹੈ, ਪਤੀ ਦੀ ਆਗਿਆ ਦੇ ਵਿੱਚ ਰਹਿੰਦੀ ਹੈ, ਕਿਉਂਕਿ ਉਹਦੇ ਜੀਵਨ ਦਾ ਤਜਰਬਾ ਹੈ, ਤੇ ਉਹ ਤਜਰਬੇ ਦੇ ਵਿੱਚੋਂ ਫਿਰ ਦੂਸਰੇ ਨੂੰ ਵੀ ਦੱਸਦੀ ਹੈ, ਜਾਂ ਆਪਣੀ ਧੀ ਨੂੰ ਸਮਝਾਉਂਦੀ ਹੈ ਕਿ ਬੇਟਾ ਆਪਣੇ ਸਹੁਰੇ ਘਰ ਵਿੱਚ ਜਾ ਕੇ ਪਤੀ ਦਾ ਪਿਆਰ, ਜੇ ਪਤੀ ਦੇ ਪ੍ਰੇਮ ਵਿੱਚ ਰਹਿਣਾ ਹੈ, ਪਿਆਰ ਵਿੱਚ ਮੰਨਣਾ ਹੈ, ਤਾਂ ਉਹਦੇ ਆਗਿਆਕਾਰੀ ਹੋ ਕੇ ਰਹਿਣਾ ਪਵੇਗਾ। ਦੁੱਖ ਸੁੱਖ ਦੇ ਵਿੱਚ ਨਾਲ ਵਿਚਰਨਾ ਪਵੇਗਾ। ਪਰ ਅੱਜ ਦੇ ਹਾਲਾਤ ਆਪਾਂ ਵੇਖਦੇ ਹਾਂ, ਸਮਾਂ ਕੈਸਾ ਹੈ। ਜੇ ਘਰ ਵਿੱਚ ਸੁੱਖ ਹੈ ਤਾਂ ਠੀਕ ਹੈ, ਕਿਤੇ ਵਿਪਤਾ ਆਣ ਪਈ ਤਾਂ ਕਹਿੰਦੀ ਮੇਰੇ ਤੋਂ ਤਾਂ ਇਹ ਸਮਾਂ ਕੱਟ ਨਹੀਂ ਹੁੰਦਾ, ਮੈਂ ਤਾਂ ਚੱਲੀ ਆ। ਔਰ ਜੇ ਕਿਤੇ ਕਾਰਨ ਕੋਈ ਮਾੜੀ ਮੋਟੀ ਗੱਲ ਹੋ ਗਈ, ਉਸੇ ਵੇਲੇ ਫੋਨ ਖੜਕ ਜਾਂਦੇ ਨੇ, ਜਾਂ ਤਾਂ ਲੈਣ ਪਹੁੰਚ ਜਾਂਦੇ ਨੇ, ਜਾਂ ਕਹਿੰਦੇ ਭਾਈ ਆ ਜਾ ਇੱਥੇ। ਘਰਾਂ ਵਿੱਚ ਕਲੇਸ਼, ਕਿਉਂਕਿ ਚੰਗੇ ਸੰਸਕਾਰ ਜਿਹੜੇ ਨੇ ਉਹ ਨਹੀਂ ਦਿੱਤੇ ਜਾ ਰਹੇ। ਬਹੁਤ ਘੱਟ ਵਿਰਲੀਆਂ ਮਾਵਾਂ ਨੇ ਜਿਹੜੀਆਂ ਬੱਚੇ ਨੂੰ ਚੰਗੇ ਸੰਸਕਾਰ ਦਿੰਦੀਆਂ ਨੇ। ਸੋ ਜਿਹੜੀ ਸੁਹਾਗਣ ਇਸਤਰੀ ਹੈ, ਉਹ ਸੰਸਾਰ ਵਿੱਚ ਸ਼ੋਭਾ ਪਾਉਂਦੀ ਹੈ, ਸੰਸਾਰ ਉਹਦੀ ਇੱਜ਼ਤ ਕਰਦਾ ਹੈ, ਉਹਨੂੰ ਮਾਣ ਮਿਲਦਾ ਹੈ, ਉਹਦੀ ਸ਼ੋਭਾ ਹੁੰਦੀ ਹੈ। ਤੇ ਜਿਹੜੀਆਂ ਨਿਤ ਕਲੇਸ਼ ਰੱਖਦੀਆਂ ਨੇ, ਫਿਰ ਸੰਸਾਰ ਕੀ ਕਹਿੰਦਾ ਉਹਨਾਂ ਨੂੰ ਮਾਣ ਨਹੀਂ ਮਿਲਦਾ, ਇੱਜ਼ਤ ਨਹੀਂ ਮਿਲਦੀ, ਸ਼ੋਭਾ ਪ੍ਰਾਪਤ ਨਹੀਂ ਕਰ ਸਕਦੀ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਸਤਿਗੁਰੂ ਜੀ ਦਾ ਦੀਵਾਨ ਸਜਿਆ ਆਨੰਦਪੁਰ ਸਾਹਿਬ। ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਇਹ ਸਾਖੀ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਦੀਵਾਨ ਦੇ ਵਿੱਚ ਕਿਹਾ ਕਿ ਐਸੀ ਬੀਬੀ ਹੈ ਜਿਹਨੇ ਅੱਜ ਤੱਕ ਆਪਣੇ ਪਤੀ ਦਾ ਮੂੰਹ ਨਾ ਫਿਟਕਾਰਿਆ ਹੋਵੇ। ਤੇ ਹੁਣ ਇੱਕ ਬੀਬੀ ਉਹ ਖੜੀ ਹੋ ਕੇ ਕਹਿਣ ਲੱਗੀ, ਗੁਰੂ ਪਾਤਸ਼ਾਹ ਜੀ, ਅੱਜ ਤੱਕ ਮੈਂ ਆਪਣੇ ਪਤੀ ਦਾ ਕਦੀ ਮੂੰਹ ਨਹੀਂ ਫਿਟਕਾਰਿਆ, ਆਪਣੇ ਪਤੀ ਦੀ ਆਗਿਆ ਵਿੱਚ ਰਹੀ ਹਾਂ, ਉਹਦੀ ਆਗਿਆ ਦਾ ਪਾਲਣ ਕੀਤਾ ਹੈ, ਪਤੀ ਬ੍ਰਤ ਧਰਮ ਨੂੰ ਮੈਂ ਪਾਲਦੀ ਹਾਂ।
ਗੁਰੂ ਸਾਹਿਬ ਜੀ ਦੇ ਪੁੱਛਣ ਅਨੁਸਾਰ ਇਹਨੇ ਦੱਸਣਾ ਕੀਤਾ। ਕਹਿਣ ਲੱਗੀ ਕਿ ਅਸੀਂ ਕਈ ਭੈਣਾਂ ਸਾਂ, ਸਾਡਾ ਭਰਾ ਕੋਈ ਨਹੀਂ ਸੀ। ਘਰ ਵਿੱਚ ਅਸੀਂ ਭੈਣਾਂ ਹੀ ਸਾਂ, ਭਰਾ ਨਾ ਨਹੀਂ ਸੀ। ਤੇ ਕੁਝ ਸਮੇਂ ਬਾਅਦ ਸਾਡੇ ਪਿਤਾ ਦੀ ਮੌਤ ਹੋ ਗਈ। ਤੇ ਜਦੋਂ ਪਿਤਾ ਦੀ ਮੌਤ ਹੋਈ ਤੇ ਸਾਡਾ ਜਿਹੜਾ ਘਰ-ਬਾਰ ਸੀ ਉਹ ਜ਼ਬਤ ਕਰ ਲਿਆ ਗਿਆ। ਜਾਇਦਾਦ ਬਹੁਤ ਸੀ, ਪਦਾਰਥ ਘਰ ਵਿੱਚ ਬਹੁਤ ਸਨ, ਸਾਰੇ ਜ਼ਬਤ ਕਰ ਲਏ ਸਮੇਂ ਦੇ ਹਾਕਮਾਂ ਵੱਲੋਂ। ਤੇ ਜਦੋਂ ਸਾਡਾ ਪਿਤਾ ਅਕਾਲ ਚਲਾਣਾ ਕੀਤਾ, ਉਸ ਵਕਤ ਸਾਡੀ ਮਾਤਾ ਨੇ ਗਰਭ ਧਾਰਨ ਕੀਤਾ ਹੋਇਆ ਸੀ। ਹਾਕਮਾਂ ਨੇ ਕਿਹਾ ਕਿ ਜੇ ਤੁਹਾਡੇ ਘਰ ਵਿੱਚ ਬੇਟਾ ਜਾਂ ਪੁੱਤਰ ਪੈਦਾ ਹੋਇਆ ਤਾਂ ਇਹ ਸਮਾਨ, ਇਹ ਘਰ-ਬਾਰ, ਪਦਾਰਥ, ਜਿਹੜੀ ਜਾਇਦਾਦ ਹੈ ਤੁਹਾਨੂੰ ਵਾਪਸ ਦੇ ਦਿੱਤੀ ਜਾਏਗੀ। ਤੇ ਜੇ ਲੜਕੀ ਪੈਦਾ ਹੋਈ ਫਿਰ ਇਹ ਜ਼ਬਤ ਕਰ ਲਿਆ ਜਾਵੇਗਾ। ਦੇਵਨਾਥ ਪਰਮੇਸ਼ਰ ਦੀ ਕਿਰਪਾ ਹੋਈ। ਕੁਝ ਸਮਾਂ ਪਾ ਕੇ ਕਹਿੰਦੇ ਘਰ ਦੇ ਵਿੱਚ ਸਾਡੇ ਭਰਾ ਦਾ ਜਨਮ ਹੋਇਆ। ਹੁਣ ਭਰਾ ਦਾ ਜਨਮ ਹੋਣ ਦੇ ਨਾਲ ਜਿਹੜੀ ਜਾਇਦਾਦ ਸੀ, ਕਿਉਂਕਿ ਜਦੋਂ ਜਾਇਦਾਦ ਜ਼ਬਤ ਹੋਈ ਅਸੀਂ ਬੇਗਾਨਿਆਂ ਘਰਾਂ ਦੇ ਵਿੱਚ ਟਾਈਮ ਕੱਟਿਆ, ਬੜਾ ਔਖਾ ਸਮਾਂ ਜਿਹੜਾ ਸੀ ਉਹ ਗੁਜ਼ਾਰਿਆ। ਭਰਾ ਦਾ ਜਨਮ ਹੋਣ ਦੇ ਨਾਲ ਸਾਨੂੰ ਘਰ ਵੀ ਮਿਲ ਗਿਆ, ਸਾਡੀ ਜਾਇਦਾਦ, ਪਦਾਰਥ ਜੋ ਸਨ, ਸਾਰਾ ਧਨ ਮਾਲ, ਸਭ ਕੁਝ ਵਾਪਸ ਮਿਲ ਗਿਆ। ਸਤਿਗੁਰੂ ਜੀ ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਸੀ ਕਿ ਮੈਂ ਕਦੀ ਵੀ ਮਰਦ ਦਾ ਮੂੰਹ ਨਹੀਂ ਫਟਕਾਰਾਂਗੀ, ਪਤੀ ਦਾ ਮੂੰਹ ਨਹੀਂ ਫਟਕਾਰਾਂਗੀ। ਅੱਜ ਤੱਕ ਮੈਂ ਕਦੀ ਆਪਣੇ ਪਤੀ ਦਾ ਮੂੰਹ ਨਹੀਂ ਫਟਕਾਰਿਆ। ਪਤੀਵ੍ਰਤ ਧਰਮ ਨੂੰ ਪਾਲਦੀਆਂ, ਜਾਤ ਸਤ ਵਿੱਚ ਕਾਇਮ ਆ। ਤੇ ਤਵਾਰਿਖ ਗੁਰੂ ਖਾਲਸਾ ਵਿੱਚ ਲਿਖਦੇ ਨੇ ਕਿ ਸਾਹਮਣੇ ਇੱਕ ਬੋਹੜ ਦਾ ਦਰਖਤ ਜਿਹੜਾ ਸੁੱਕਾ ਹੋਇਆ ਸੀ ਕਾਫੀ ਸਮੇਂ ਤੋਂ, ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ ਪਰਦਾ ਕਰਕੇ ਉੱਥੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕਰੋ। ਉਸੇ ਤਰ੍ਹਾਂ ਕੀਤਾ, ਕਦੇ ਉਸ ਬੋਹੜ ਦਾ ਜਿਹੜਾ ਸੁੱਕਾ ਦਰਖਤ ਸੀ ਉਹ ਹਰਾ ਹੋ ਗਿਆ। ਜਿਹਦੀ ਪ੍ਰਤੀਬ੍ਰਤ ਧਰਮ ਨੂੰ ਪਾਲਦੀ ਹੈ, ਜਤ ਸਤ ਨੂੰ ਪਾਲਦੀ ਹੈ, ਪਤੀ ਦੀ ਆਗਿਆ ਅਨੁਸਾਰ ਉਹ ਸੁਹਾਗਣ, ਉਹ ਅਸਲ ਸੁਹਾਗਣ ਹੈ। ਉਹ ਮਾਣ ਪਾਉਂਦੀ ਹੈ, ਇੱਜ਼ਤ ਪਾਉਂਦੀ ਹੈ, ਸੰਸਾਰ ਦੇ ਅੰਦਰ ਸ਼ੋਭਾ ਮਿਲਦੀ ਹੈ, ਸੰਸਾਰ ਉਹਦੀ ਸ਼ੋਭਾ ਕਰਦਾ। ਸੋ ਇੱਥੇ ਦੋ ਇਸਤਰੀਆਂ ਦੇ ਸੰਵਾਦ ਦੁਆਰਾ ਇਹ ਸਿੱਖਿਆ ਦੇਣੀ ਕੀਤੀ ਹੈ ਕਿ ਜਿਹੜੀ ਵੱਡੀ ਉਮਰ ਦੀ ਹੈ ਉਹ ਛੋਟੀ ਉਮਰ ਵਾਲੇ ਨੂੰ ਸਿੱਖਿਆ ਦਿੰਦੀ ਹੈ ਕਿ ਆਪਣੇ ਪਤੀ ਦੀ ਜੇ ਖੁਸ਼ੀ ਲੈਣੀ ਹੈ ਤਾਂ ਤੈਨੂੰ ਕੀ ਕਰਨਾ ਪਵੇਗਾ, ਕਿਸ ਢੰਗ ਦੇ ਨਾਲ ਵਿਚਰਨਾ ਪਵੇਗਾ, ਕਿਹੜੇ ਗੁਣ ਧਾਰਨ ਕਰਨੇ ਪੈਣਗੇ, ਫਿਰ ਤੂੰ ਪਤੀ ਦੀ ਖੁਸ਼ੀ ਪ੍ਰਾਪਤ ਕਰ ਸਕਦੀ ਹੈ। ਸੋ ਆਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਅੱਜ ਦੇ ਪਾਵਨ ਸ਼ਬਦ ਦੇ ਅੰਦਰ ਪਾਵਨ ਉਪਦੇਸ਼ ਦੇ ਕਰਕੇ ਸਾਨੂੰ ਜੀਵਾਂ ਨੂੰ ਸਮਝਾ ਰਹੇ ਨੇ। ਪਾਵਨ ਸ਼ਬਦ ਨੂੰ ਵਿਚਾਰਨ ਦਾ ਰਲ ਮਿਲ ਕੇ ਯਤਨ ਕਰੀਏ। ਗੁਰ ਸ਼ਬਦ ਨੂੰ ਵਿਚਾਰਨ ਦੇ ਲਈ, ਸੁਰਤੀਆਂ ਨੂੰ ਗੁਰ ਸ਼ਬਦ ਨਾਲ ਜੋੜਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਜੀ। ਵਡਹੰਸ ਮਹਲਾ ਤੀਜਾ। ਛੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਦੇ ਵਿੱਚ ਸ਼ੰਤ ਸਰਲੇਖ ਹੇਠ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ।
ਜੋ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ 567 ਅੰਗ ਤੋਂ ਲੈ ਕੇ 568 ਅੰਗ ਤੇ ਪਾਵਨ ਸ਼ਬਦ ਸੁਭਾਏ ਮਨ ਹੈ। ਮੰਗਲਾਚਰਨ ਕਰਦੇ ਆ। ਇੱਕ ਉਹ ਅਦੁੱਤੀ ਵਾਹਿਗੁਰੂ ਪਰਮੇਸ਼ਰ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ, ਸਤ ਚੇਤਨ ਸਰੂਪ, ਐਸੇ ਉਸ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ। ਆਪਣੇ ਪਿਰਕੈ ਰੰਗ ਰਤੀ ਮੁਈਏ ਸ਼ੋਭਾਵੰਤੀ ਨਾਰੇ। ਸ਼ਬਦ ਦੀ ਰਮਤਾ ਕਰਦਿਆਂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ। ਆਪਣੇ ਪਿਰਕੈ ਰੰਗ ਰਤੀ ਮੁਈਏ। ਮੁਈਏ ਪੰਜਾਬੀ ਬੋਲੀ ਵਿੱਚ ਜਦੋਂ ਆਪਾਂ ਇਹਦਾ ਅਰਥ ਕਰਦੇ ਹਾਂ ਤੇ ਮਰ ਜਾਣੀਏ। ਪਹਾੜੀ ਬੋਲੀ ਦੇ ਵਿੱਚ ਇਹਦਾ ਅਰਥ ਹੋਵੇਗਾ ਪਿਆਰੀਏ। ਹੇ ਪਿਆਰੀਏ, ਜਿਹੜੀ ਜੀਵ ਇਸਤਰੀ ਆਪਣੇ ਮਾਲਕ ਦੇ ਵਾਹਿਗੁਰੂ ਪਰਮੇਸ਼ਰ ਪਤੀ ਦੇ ਰੰਗ ਵਿੱਚ ਰਤੀ ਹੋਈ ਹੈ, ਰੰਗੀ ਹੋਈ ਹੈ, ਸ਼ੋਭਾਵੰਤੀ ਨਾਰੇ, ਉਹ ਜੀਵ ਇਸਤਰੀ ਸੰਸਾਰ ਦੇ ਅੰਦਰ ਸ਼ੋਭਾ ਵਾਲੀ ਹੈ, ਉਹ ਸ਼ੋਭਾ ਪ੍ਰਾਪਤ ਕਰਦੀ ਹੈ। ਸੰਸਾਰ ਦੇ ਅੰਦਰ ਉਹਨੂੰ ਸ਼ੋਭਾ ਮਿਲਦੀ ਹੈ, ਮਾਨ ਇੱਜ਼ਤ ਮਿਲਦੀ ਹੈ। ਜਿਹੜੇ ਆਪਣੇ ਪਿਰ, ਆਪਣੇ ਕੰਤ, ਆਪਣੇ ਮਾਲਕ ਦੇ ਰੰਗ ਵਿੱਚ ਰਤੀ ਹੋਈ ਹੈ, ਉਹ ਸਦਾ ਹੀ ਫਿਰ ਸੰਸਾਰ ਦੇ ਅੰਦਰ ਰਹਿੰਦੇ ਆ ਜੀਵਨ ਦੇ ਅੰਦਰ ਸ਼ੋਭਾ ਪ੍ਰਾਪਤ ਕਰਦੀ ਹੈ। ਸੱਚੇ ਸ਼ਬਦ ਮਿਲ ਰਹੀ ਮੁਈਏ ਤੇਰੇ ਰਾਵੇ ਭਾਏ ਪਿਆਰੇ। ਹੇ ਪਿਆਰੀਏ, ਜਿਹੜੇ ਸੱਚੇ ਸ਼ਬਦ ਦੇ ਨਾਲ ਮਿਲੀ ਹੋਈ ਹੈ, ਜਿਹੜੀ ਗੁਰ ਸ਼ਬਦ ਨਾਲ ਜੁੜੀ ਹੋਈ ਹੈ, ਫਿਰ ਰਾਵੇ ਭਾਏ ਪਿਆਰੇ, ਉਹ ਆਪਣੇ ਪਿਆਰੇ ਪਤੀ ਦੀ ਖੁਸ਼ੀ ਨੂੰ, ਪਤੀ ਦੇ ਆਨੰਦ ਨੂੰ ਮਾਣਦੀ ਹੈ। ਜਿਹੜੀ ਸ਼ਬਦ ਦੇ ਵਿੱਚ ਤਦਾਕਾਰ ਹੋਈ ਹੈ, ਸ਼ਬਦ ਵਿੱਚ ਮਿਲੀ ਹੋਈ ਹੈ, ਜਿਹੜੀ ਸ਼ਬਦ ਨਾਲ ਜੁੜੀ ਹੋਈ ਜੀਵ ਇਸਤਰੀ ਹੈ। ਕਿਉਂਕਿ ਅਸੀਂ ਜਿੰਨੇ ਵੀ ਜੀਵ ਆ ਸਾਰੇ ਇਸਤਰੀ ਰੂਪ ਆ। ਸਾਡੇ ਸਾਰਿਆਂ ਦਾ ਜਿਹੜਾ ਖਸਮ ਹੈ, ਮਾਲਕ ਹੈ, ਉਹ ਵਾਹਿਗੁਰੂ ਪਰਮੇਸ਼ਰ ਹੈ। ਜਿਸ ਤਰ੍ਹਾਂ ਬੱਚੇ ਦੇ ਆਨੰਦ ਕਾਰਜ ਕੀਤੇ ਜਾਂਦੇ ਨੇ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਬੱਚੇ ਦਾ ਮਿਲਾਪ ਹੁੰਦਾ ਹੈ, ਗ੍ਰਸਤ ਧਰਮ ਵਿੱਚ ਪ੍ਰਵੇਸ਼ ਕਰਦੇ ਨੇ। ਉਸੇ ਤਰ੍ਹਾਂ ਅਸੀਂ ਵੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲਣਾ ਹੈ, ਉਹਦੇ ਨਾਲ ਮਿਲਾਪ ਕਰਨਾ ਹੈ। ਤੇ ਜਿਹੜੇ ਸ਼ਬਦ ਨਾਲ ਜੁੜ ਗਏ, ਸ਼ਬਦ ਵਿੱਚ ਤਦਾਕਾਰ ਹੋ ਗਈ, ਸ਼ਬਦ ਵਿੱਚ ਮਿਲ ਕੇ ਉਹ ਆਪਣੇ ਫਿਰ ਪਤੀ ਕੰਤ ਦੇ ਆਨੰਦ ਨੂੰ, ਖੁਸ਼ੀ ਨੂੰ ਮਾਣਦੀ ਹੈ। ਸੱਚੇ ਭਾਏ ਪਿਆਰੀ ਕੰਤ ਸਵਾਰੇ ਹਰ ਸਰ ਸਿਉ ਨੇਰ ਚਾਇਆ। ਸੱਚੇ ਭਾਏ ਪਿਆਰੀ, ਉਹ ਫਿਰ ਜਿਹੜੀ ਜੀਵ ਇਸਤਰੀ ਸ਼ਬਦ ਵਿੱਚ ਤਦਾਕਾਰ ਹੋਈ, ਸ਼ਬਦ ਦੁਆਰਾ ਮਿਲੀ ਹੋਈ, ਉਹ ਆਪਣੇ ਮਾਲਕ ਨੂੰ, ਆਪਣੇ ਕੰਤ ਸੱਚੇ ਪ੍ਰਭੂ ਨੂੰ ਭਾ ਜਾਂਦੀ ਹੈ, ਚੰਗੀ ਲੱਗਦੀ ਹੈ, ਉਹਨੂੰ ਪਿਆਰੀ ਲੱਗਦੀ ਹੈ। ਕੰਤ ਸਵਾਰੀ, ਫਿਰ ਉਹਨੂੰ ਪਿਆਰੀ ਜਾਣ ਕੇ ਜਿਹੜਾ ਉਹਦਾ ਕੰਤ ਹੈ, ਮਾਲਕ ਹੈ, ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ, ਜੀਵਨ ਨੂੰ ਸਵਾਰ ਦਿੰਦਾ ਹੈ। ਹਰ ਹਰ ਸਿਉ ਨੇਹੋ ਰਚਾਇਆ, ਕਿਉਂਕਿ ਉਹਨੇ ਸਦਾ ਹੀ ਜਿਹੜਾ ਆਪਣਾ ਨਿਉ ਹੈ ਉਹ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੋੜਿਆ ਹੈ। ਸਦਾ ਉਹਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ ਜੁੜੀ ਹੋਈ ਹੈ, ਆਪਣੀ ਪ੍ਰੀਤੀ ਨਾਮ ਨਾਲ ਲਾਈ ਹੋਈ ਹੈ। ਸਦਾ ਉਹਦੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਦੀ ਰਹਿੰਦੀ ਹੈ। ਇਸ ਕਰਕੇ ਉਹ ਆਪਣੇ ਕੰਤ ਮਾਲਕ ਪ੍ਰਭੂ ਨੂੰ ਚੰਗੀ ਲੱਗਦੀ ਹੈ। ਜਿਹੜੀ ਇਸਤਰੀ ਪਤੀ ਦੀ ਆਗਿਆਕਾਰੀ ਹੋਵੇ, ਪਤੀ ਦੇ ਕਹਿਣੇ ਵਿੱਚ ਚੱਲਣ ਵਾਲੀ ਹੋਵੇ, ਪਤੀ ਦਾ ਵੀ ਫਰਜ਼ ਬਣਦਾ ਹੈ ਕਿ ਆਪਣੀ ਔਰਤ ਦਾ ਸਤਿਕਾਰ ਕਰੇ,
ਉਹਨੂੰ ਵੀ ਮਾਨ ਇੱਜ਼ਤ ਜਿਹੜਾ ਬਰਾਬਰ ਦੇਵੇ। ਇਹ ਨਹੀਂ ਕਿ ਇਕੱਲਾ ਮਰਦ ਇਹ ਕਹੇ ਕਿ ਮੈਨੂੰ ਹੀ ਮਾਨ ਇੱਜ਼ਤ ਮਿਲੇ, ਮੈਂ ਜੋ ਮਰਜ਼ੀ ਕਹੀ ਜਾਵਾਂ, ਜੋ ਮਰਜ਼ੀ ਕਰੀ ਜਾਵਾਂ, ਇਹ ਨਹੀਂ। ਉਹਨੂੰ ਵੀ ਉਹਦਾ ਮਾਨ ਇੱਜ਼ਤ ਦਾ ਜਿਹੜਾ ਪੂਰਾ ਸਨਮਾਨ ਦੇਣਾ ਪਵੇਗਾ। ਤੇ ਪਤਨੀ ਵੀ ਆਗਿਆਕਾਰੀ ਹੋ ਕੇ ਜਿਹੜੀ ਵਿਚਰੇਗੀ, ਆਗਿਆ ਵਿੱਚ ਹੁਕਮ ਦੀ ਪਾਲਣਾ ਕਰਦੀ ਹੈ, ਫਿਰ ਪਤੀ ਉਹਨੂੰ ਪਿਆਰ ਕਰਦਾ, ਉਹ ਚੰਗੀ ਲੱਗਦੀ ਹੈ ਉਹਨੂੰ। ਤੇ ਜਿਹੜੇ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਲ ਜਿਹਨੇ ਨੇਹ ਲਾਇਆ, ਆਪਣਾ ਪ੍ਰੀਤੀ ਬਣਾਈ ਹੈ, ਉਹ ਫਿਰ ਸੱਚੇ ਮਾਲਕ ਪ੍ਰਭੂ ਨੂੰ, ਆਪਣੇ ਕੰਤ ਨੂੰ ਭਾਉਂਦੀ ਹੈ, ਪਿਆਰੀ ਲੱਗਦੀ ਹੈ, ਫਿਰ ਉਹ ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਆਪ ਗਵਾਇਆ ਤਾਂ ਫਿਰ ਪਾਇਆ, ਗੁਰ ਕੈ ਸ਼ਬਦ ਸਮਾਇਆ। ਆਪਾਂ ਭਾਵ ਅੰਦਰੋਂ ਮਾਰ ਲੈਣਾ, ਹੰਕਾਰ ਨੂੰ ਦੂਰ ਕਰਨਾ। ਹੰਕਾਰ ਨੂੰ ਦੂਰ ਕਰਕੇ ਤਾਂ ਫਿਰ ਪਾਇਆ, ਤਾਂ ਉਹ ਵਾਹਿਗੁਰੂ ਪਰਮੇਸ਼ਰ ਕੰਤ ਜਿਹੜਾ ਫਿਰ ਹੈ, ਮਾਲਕ ਹੈ, ਉਹ ਮਿਲਣਾ ਹੈ। ਜੇ ਅੰਦਰੋਂ ਆਪਾ ਭਾਵ ਗਵਾਇਆ ਹੀ ਨਹੀਂ, ਅੰਦਰੋਂ ਹੰਕਾਰ ਨੂੰ ਦੂਰ ਕੀਤਾ ਹੀ ਨਹੀਂ, ਤਾਂ ਫਿਰ ਉਹ ਮਾਲਕ ਦੀ ਪ੍ਰਾਪਤੀ ਨਹੀਂ ਹੋ ਸਕਦੀ। ਕਿਉਂਕਿ ਸਾਹਿਬ ਜੀ ਗੁਰਬਾਣੀ ਵਿੱਚ ਕਹਿੰਦੇ ਨੇ, ਹਰ ਜਿਉ ਹੰਕਾਰ ਨਾ ਭਾਵੈ, ਵੇਦ ਕੂਕ ਸੁਣਾਵੈ। ਧਰਮ ਗ੍ਰੰਥ ਜਿਹੜੇ ਕੂਕ ਕੇ ਪੁਕਾਰ ਕੇ ਕਹਿੰਦੇ ਨੇ, ਉਹਨੂੰ ਹਰੀ ਨੂੰ ਹੰਕਾਰ ਨਹੀਂ ਪਾਉਂਦਾ। ਜਿਹਨੇ ਆਪਣਾ ਆਪ ਅੰਦਰੋਂ ਗਵਾ ਲਿਆ, ਹੰਕਾਰ ਨੂੰ ਮਾਰ ਲਿਆ, ਤਾਂ ਫਿਰ ਪਾਇਆ, ਉਹਨਾਂ ਨੇ ਫਿਰ ਕੰਤ ਨੂੰ, ਵਾਹਿਗੁਰੂ ਪਰਮੇਸ਼ਰ ਨੂੰ ਪਾ ਲਿਆ। ਗੁਰ ਕਾ ਸ਼ਬਦ ਸਮਾਇਆ, ਫਿਰ ਉਹ ਗੁਰੂ ਦੇ ਸ਼ਬਦ ਦੇ ਵਿੱਚ ਸਮਾਏ ਰਹਿੰਦੇ ਨੇ। ਗੁਰੂ ਦੇ ਸ਼ਬਦ ਦੇ ਵਿੱਚ ਸਦਾ ਫਿਰ ਉਹ ਸਮਾਏ ਰਹਿੰਦੇ ਹਨ। ਸਾ ਧਨ ਸ਼ਬਦ ਸੁਹਾਈ, ਪ੍ਰੇਮ ਕਸਾਈ, ਅੰਤਰ ਪ੍ਰੀਤ ਪਿਆਰੀ। ਸਾ ਧਨ ਸ਼ਬਦ ਸੁਹਾਈ, ਧਨ ਦਾ ਭਾਵ ਹੈ ਇਸਤਰੀ, ਜੀਵ ਇਸਤਰੀ। ਉਹ ਜੀਵ ਇਸਤਰੀ ਸ਼ਬਦ ਦੇ ਦੁਆਰਾ ਸੁਹਾਈ, ਸ਼ੋਭਨੀਕ ਹੋ ਗਈ, ਸ਼ੋਭਾ ਵਾਲੀ ਹੋ ਗਈ। ਪ੍ਰੇਮ ਕਸਾਈ, ਕਸਾਈ ਤੋਂ ਭਾਵ ਖਿੱਚੀ ਹੋਈ, ਪ੍ਰੇਮ ਦੀ ਖਿੱਚੀ ਹੋਈ। ਸ਼ਬਦ ਦੇ ਦੁਆਰਾ ਸ਼ੋਭਾ ਵਾਲੀ ਹੋ ਗਈ, ਸ਼ੋਭਨੀਕ ਹੋ ਗਈ, ਅੰਦਰ ਪ੍ਰੇਮ ਦੀ ਖਿੱਚ ਬਣੀ। ਅੰਤਰ ਪ੍ਰੀਤ ਪਿਆਰੀ, ਤੇ ਪ੍ਰੇਮ ਦੀ ਖਿੱਚੀ ਹੋਈ ਫਿਰ ਹਿਰਦੇ ਦੇ ਅੰਦਰ ਆਪਣੇ ਪਿਆਰੇ ਕੰਤ ਦੇ ਲਈ ਪ੍ਰੀਤ ਧਾਰਨ ਕਰਕੇ ਰੱਖਦੀ ਹੈ। ਉਹਦੇ ਅੰਦਰ ਆਪਣੇ ਕੰਤ ਦੇ ਲਈ, ਆਪਣੇ ਪਤੀ ਦੇ ਲਈ ਸਦਾ ਫਿਰ ਪਿਆਰ ਬਣਿਆ ਰਹਿੰਦਾ, ਪ੍ਰੀਤ ਬਣੀ ਰਹਿੰਦੀ ਹੈ, ਪ੍ਰੇਮ ਦੇ ਵਿੱਚ ਹਮੇਸ਼ਾ ਖਿੱਚੀ ਰਹਿੰਦੀ ਹੈ। ਨਾਨਕ ਸਾ ਧਨ ਮੇਲ ਲਏ, ਫਿਰ ਆਪੈ ਸਾਚੈ ਸ਼ਾਹ ਸਵਾਰੇ। ਨਾਨਕ ਸਾ ਧਨ ਮੇਲ ਲਈ, ਫਿਰ ਆਪੇ ਉਹ ਜੀਵ ਇਸਤਰੀ ਜਿਹਦੇ ਅੰਦਰ ਪ੍ਰੇਮ ਬਣਿਆ। ਕਿਉਂਕਿ ਸਾਹਿਬ ਪਾਤਸ਼ਾਹ ਜੀ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ ਕਹਿੰਦੇ ਨੇ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਸਾਚ ਕਹੋ ਸੁਨ ਲਿਓ ਸਬੈ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਖਿੱਚ ਬਣੀ, ਸ਼ਬਦ ਦੁਆਰਾ ਸ਼ੋਭਨੀਕ ਹੋ ਗਈ, ਸ਼ੋਭਾ ਵਾਲੀ ਜਿਹੜੀ ਜੀਵ ਇਸਤਰੀ ਹੋ ਗਈ, ਜਿਹਦੇ ਅੰਦਰ ਆਪਣੇ ਕੰਤ ਦੀ ਸਦਾ ਪ੍ਰੀਤ ਬਣੀ ਰਹਿੰਦੀ ਹੈ, ਫਿਰ ਉਹਨੂੰ ਆਪੇ ਮੇਲ ਲਈ। ਉਹ ਜੀਵ ਇਸਤਰੀ ਨੂੰ ਉਹ ਵਾਹਿਗੁਰੂ ਪਰਮੇਸ਼ਰ ਫਿਰ ਆਪ ਆਪਣੇ ਨਾਲ ਮੇਲ ਲੈਂਦਾ। ਸਾਚੇ ਸ਼ਾਹ ਸਵਾਰੀ, ਉਹ ਸੱਚਾ ਸ਼ਾਹ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ, ਫਿਰ ਆਪ ਹੀ ਉਹਦੇ ਜੀਵਨ ਨੂੰ ਸਵਾਰ ਦਿੰਦਾ ਹੈ। ਨਿਰਗੁਣਵੰਤੜੀਏ ਫਿਰ ਦੇਖ ਹਦੂਰੇ RAM। हे ਗੁਨਾ ਤੋਂ ਸਖਣੀ ਜੀਵ ਇਸਤਰੀਏ, ਜਿਹਦੇ ਅੰਦਰ ਚੰਗੇ ਗੁਣ ਨਹੀਂ, ਜਿਹਦੇ ਅੰਦਰ ਚੰਗੇ ਸੰਸਕਾਰ ਨਹੀਂ, ਜਿਨ੍ਹਾਂ ਚੰਗੇ ਗੁਣ ਧਾਰਨ ਹੀ ਨਹੀਂ ਕੀਤੇ, ਉਹਦੇ ਬਾਬਤ ਅੱਗੇ ਉਪਦੇਸ਼ ਦਿੰਦੇ ਨੇ, ਨਿਰਗੁਣਵੰਤੜੀਏ हे ਗੁਨਾ ਤੋਂ ਸਖਣੀ ਜੀਵ ਇਸਤਰੀਏ, ਫਿਰ ਦੇਖ ਹਦੂਰ RAM। ਤੂੰ ਆਪਣੇ ਮਾਲਕ ਨੂੰ ਆਪਣੇ ਤੋਂ ਦੂਰ ਕਰਕੇ ਜਾਣਦੀ ਹੈ, ਉਹਨੂੰ ਆਪਣੇ ਨੇੜੇ ਵੇਖਣਾ ਕਰ। ਫਿਰ ਦੇਖ ਹਦੂਰੇ RAM, ਉਹ ਤਾਂ ਸਦਾ ਹੀ ਹਾਜ਼ਰ ਨਾਜ਼ਰ ਹੈ, ਸਦਾ ਹੀ ਕੋਲ ਹੈ, ਉਹ ਤਾਂ ਕਿਤੇ ਦੂਰ ਜਾਂਦਾ ਹੀ ਨਹੀਂ, ਉਹਦੇ ਨਾਲ ਕਦੇ ਵਿਛੋੜਾ ਪੈਂਦਾ ਹੀ ਨਹੀਂ।
ਪਰ ਅੰਦਰ ਗੁਣ ਨਾ ਹੋਣ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਮਾਲਕ ਹੈ ਉਹ ਸਾਨੂੰ ਦੂਰ ਨਜ਼ਰ ਆਉਂਦਾ ਹੈ। ਇਸ ਕਰਕੇ ਸਾਹਿਬ ਜੀ ਬਖਸ਼ਿਸ਼ ਉਪਦੇਸ਼ ਦਿੰਦਿਆਂ ਸਮਝਾ ਰਹੇ ਨੇ, ਗੁਣਾ ਤੋਂ ਸਖਣੀਏ ਜੀਵ ਇਸਤਰੀਏ, ਉਹ ਮਾਲਕ ਕੰਤ ਵਾਹਿਗੁਰੂ ਪਰਮੇਸ਼ਰ ਨੂੰ ਆਪਣੇ ਨੇੜੇ ਕਰਕੇ ਜਾਣਨਾ ਕਰ। ਗੁਰਮੁਖ ਜਿਨੀ ਰਾਵਿਆ ਮੁਈਏ, ਫਿਰ ਰਵ ਰਹਿਆ ਭਰਪੂਰੇ RAM। ਗੁਰਮੁਖ ਜਿਨੀ ਰਾਵਿਆ ਮੁਈਏ, ਜਿਹੜੀਆਂ ਜੀਵ ਇਸਤਰੀਆਂ ਨੇ ਗੁਰੂ ਦੇ ਰਾਹੀਂ ਉਹ ਵਾਹਿਗੁਰੂ ਪਰਮੇਸ਼ਰ ਨੂੰ ਰਾਵਿਆ, ਆਰਾਧਨਾ ਕੀਤਾ, ਫਿਰ ਰਵ ਰਿਹਾ ਭਰਪੂਰੇ RAM। ਗੁਰੂ ਦੇ ਰਾਹੀਂ ਫਿਰ ਉਹਨਾਂ ਨੇ ਜਾਣ ਲਿਆ ਕਿ ਜਿਹੜਾ ਉਹ ਫਿਰ ਵਾਹਿਗੁਰੂ ਪਰਮੇਸ਼ਰ ਹੈ, ਰਵ ਰਿਹਾ ਭਰਪੂਰੇ RAM, ਉਹ ਤਾਂ ਚਾਰੇ ਪਾਸੇ ਰਮਿਆ ਹੋਇਆ ਹੈ, ਜਰੇ ਜਰੇ ਵਿੱਚ ਸਮਾਇਆ ਹੋਇਆ ਹੈ, ਹਰ ਜੀਵਾਂ ਦੇ ਅੰਦਰ ਉਹਦੀ ਜੋਤ ਹੈ, ਪਰਿਪੂਰਨ ਹੋ ਰਿਹਾ ਹੈ ਸੰਸਾਰ ਦੇ ਅੰਦਰ। ਜਿਹੜੀ ਸ੍ਰਿਸ਼ਟੀ ਨੂੰ ਸਾਜ ਕਰਕੇ ਉਹ ਫਿਰ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲੈਂਦੀਆਂ ਨੇ ਗੁਰੂ ਦੇ ਰਾਹੀਂ, ਗੁਰੂ ਦੀ ਸ਼ਰਨ ਵਿੱਚ ਆ ਕੇ ਜੀਵ ਇਸਤਰੀਆਂ। ਫਿਰ ਰਵ ਰਹਿਆ ਭਰਪੂਰੇ, ਵੇਖ ਹਜ਼ੂਰੇ, ਜੁਗ ਜੁਗ ਏਕੋ ਜਾਤਾ। ਫਿਰ ਉਹਨਾਂ ਨੂੰ ਸੋਝੀ ਆ ਗਈ, ਸਮਝ ਆ ਗਈ ਕਿ ਸਾਰਿਆਂ ਹਰ ਯੁੱਗ ਦੇ ਵਿੱਚ ਜਿਸ ਇੱਕ ਵਾਹਿਗੁਰੂ ਪਰਮੇਸ਼ਰ ਜਾਣਿਆ ਜਾਂਦਾ ਹੈ, ਜਿਹੜਾ ਇੱਕੋ ਵਾਹਿਗੁਰੂ ਪਰਮੇਸ਼ਰ ਹਰ ਯੁੱਗ ਵਿੱਚ ਵਰਤਦਾ ਹੈ। ਜੁਗ ਜੁਗ ਏਕੋ ਜਾਤਾ, ਹਰ ਯੁੱਗ ਦੇ ਵਿੱਚ ਇੱਕੋ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ, ਫਿਰ ਰਵ ਰਿਹਾ ਭਰਪੂਰੇ, ਉਹਨੂੰ ਜਾਣ ਲਿਆ ਕਿ ਉਹ ਤਾਂ ਸਾਰਿਆਂ ਵਿੱਚ ਪਰਿਪੂਰਨ ਹੈ, ਉਹ ਤਾਂ ਜਰੇ ਜਰੇ ਵਿੱਚ ਸਮਾਇਆ ਹੋਇਆ, ਕਣ ਕਣ ਵਿੱਚ ਸਮਾਇਆ ਹੋਇਆ। ਵੇਖ ਹਜੂਰੇ, ਫਿਰ ਉਹਨੂੰ ਆਪਣੇ ਸਦਾ ਹਜੂਰ ਅੰਗ ਸੰਗ ਵੇਖਣਾ ਕੀਤਾ। ਧਨ ਬਾਲੇ ਭੋਲੇ, ਫਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਧਨ ਜੀਵ ਇਸਤਰੀ, ਬਾਲੀ ਬਾਲਪਨ, ਭੋਲੀ ਸੁਭਾਅ ਭੋਲਾ ਹੋਣਾ, ਜਿਹਦੇ ਵਿੱਚ ਕੋਈ ਚਤੁਰਾਈ ਨਹੀਂ, ਵਲ ਛਲ ਨਹੀਂ, ਕਿਉਂਕਿ ਸਾਹਿਬ ਜੀ ਕਹਿੰਦੇ ਨੇ ਚਤੁਰਾਈ ਕਿਨੈ ਨਾ ਪਾਇਆ। ਚਤੁਰਾਈਆਂ ਨਾਲ ਸਿਆਣਪਾਂ ਨਾਲ ਨਹੀਂ ਮਿਲਦਾ। ਉਹ ਭੋਲੇ ਭਾਏ ਮਿਲੇ ਰਘੁਰਾਇਆ, ਉਤੇ ਭੋਲੇ ਭਾ ਮਿਲਦਾ ਹੈ। ਸਾਹਿਬ ਜੀ ਕਹਿੰਦੇ ਜਿਹੜੇ ਜੀਵ ਇਸਤਰੀ ਜਿਹਦੇ ਵਿੱਚ ਬਚਪਨ ਹੈ, ਬਾਲਪਨ ਹੈ, ਸੁਭਾਅ ਕਰਕੇ ਭੋਲੀ ਹੈ, ਕੋਈ ਵਲ ਛਲ ਨਹੀਂ, ਕੋਈ ਚਤੁਰਾਈ ਨਹੀਂ, ਫਿਰ ਸਹਿਜ ਰਾਵੈ, ਮਿਲਿਆ ਕਰਮ ਵਿਧਾਤਾ। ਉਹ ਸਹਿਜ ਵਿੱਚ ਟਿਕ ਕੇ, ਆਤਮਿਕ ਅਡੋਲਤਾ ਵਿੱਚ ਰਹਿ ਕੇ, ਸਹਿਜ ਵਿੱਚ ਟਿਕ ਕੇ ਆਪਣੇ ਵਾਹਿਗੁਰੂ ਪਰਮੇਸ਼ਰ ਨੂੰ ਰਾਵੇ, ਉਹਦੇ ਆਨੰਦ ਨੂੰ ਮਾਣਦੀ ਹੈ, ਉਹਦੀ ਖੁਸ਼ੀ ਨੂੰ ਮਾਣਦੀ ਹੈ, ਕਿਉਂਕਿ ਉਹਨੂੰ ਜਿਹੜਾ ਕਰਮ ਫਲ ਵਰਦਾਤਾ, ਜਿਹੜਾ ਪਰਦਾਤਾ ਹੈ, ਉਹਦੀ ਪ੍ਰਾਪਤੀ ਹੋ ਗਈ। ਜਿਨ ਹਰ ਰਸ ਚਾਖਿਆ, ਸ਼ਬਦ ਸੁਪਾਖਿਆ, ਹਰ ਸਰ ਰਹੀ ਭਰਪੂਰੇ। ਸ਼ਬਦ ਸੁਭਾਖਿਆ, ਜਿਹੜੇ ਜੀਵ ਇਸਤਰੀ ਨੇ ਸ਼ਬਦ ਨੂੰ ਚੰਗੀ ਤਰ੍ਹਾਂ ਉਚਾਰਨ ਕੀਤਾ, ਮਨ ਕਰਕੇ ਸ਼ਬਦ ਨਾਲ ਜੁੜਨਾ ਕੀਤਾ, ਸ਼ਬਦ ਨੂੰ ਉਚਾਰਨ ਕੀਤਾ, ਸ਼ਬਦ ਨੂੰ ਜਪਿਆ, ਉਸਨੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਰਸ ਨੂੰ ਚਖਣਾ ਕੀਤਾ। ਇਹ ਨਹੀਂ ਕਿ ਬਾਣੀ ਪੜ੍ਹਦੇ ਆ ਮਨ ਕਿਤੇ ਹੋਰ ਤੁਰਿਆ ਫਿਰਦਾ ਹੋਵੇ। ਕਈ ਵਾਰੀ ਇਹ ਵੀ ਨਹੀਂ ਪਤਾ ਲੱਗਦਾ ਕਿ ਜਪਜੀ ਸਾਹਿਬ ਆਰੰਭ ਹੋਇਆ ਤੇ ਸਮਾਪਤੀ ਤੇ ਕਦੋਂ ਪਹੁੰਚ ਗਏ। ਪਵਨ ਗੁਰੂ ਪਾਣੀ ਪਿਤਾ ਦੇ ਆ ਕੇ ਪਤਾ ਲੱਗਦਾ। ਮਨ ਦਾ ਟਿਕਾਓ ਬਣਾ ਕੇ, ਸੁਰਤ ਨੂੰ ਗੁਰਸ਼ਬਦ ਨਾਲ ਜੋੜ ਕੇ ਜਦੋਂ ਸ਼ਬਦ ਦਾ ਉਚਾਰਨ ਕੀਤਾ, ਫਿਰ ਹਰੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਰਸ ਹੈ ਉਹ ਪ੍ਰਾਪਤ ਹੁੰਦਾ ਹੈ। ਫਿਰ ਜੀਵ ਉਹਨੂੰ ਚੱਖਦਾ, ਜਿਹੜਾ ਸ਼ਬਦ ਦੇ ਨਾਲ ਮਿਲ ਕੇ ਸ਼ਬਦ ਦਾ ਉਚਾਰਨ ਕਰਦਾ। ਹਰ ਰਸ ਚਾਖਿਆ ਹਰ ਸਰ ਰਹੇ ਭਰਪੂਰੇ,
ਤੇ ਹਰ ਰਸ ਨੂੰ ਚਾਖੇ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪੀ ਸਰੋਵਰ ਦੇ ਵਿੱਚ ਫਿਰ ਸਦਾ ਇਸ਼ਨਾਨ ਕਰਕੇ ਉਹ ਨਾਮ ਰਸ ਵਿੱਚ ਜੀਵ ਇਸਤਰੀ ਭਿੱਜੀ ਰਹਿੰਦੀ ਹੈ। ਨਾਨਕ ਕਾਮਣ ਸਾ ਪਿਰ ਭਾਵੈ ਸ਼ਬਦੇ ਰਹਿ ਹਦੂਰੇ। ਉਹ ਜੀਵ ਇਸਤਰੀ ਆਪਣੇ ਮਾਲਕ ਨੂੰ ਭਾਉਂਦੀ ਹੈ, ਚੰਗੀ ਲੱਗਦੀ ਹੈ। ਸ਼ਬਦੇ ਰਹਿ ਹਦੂਰੇ, ਜਿਹੜੀ ਸ਼ਬਦ ਦੇ ਨਾਲ ਜੁੜੀ ਹੋਈ ਸਦਾ ਆਪਣੇ ਉਸ ਮਾਲਕ ਦੇ ਕੰਤ ਦੀ ਹਜ਼ੂਰੀ ਵਿੱਚ ਸ਼ਰਨ ਵਿੱਚ ਪਈ ਰਹਿੰਦੀ ਹੈ। ਸ਼ਬਦ ਨਾਲ ਮਿਲੀ ਹੋਈ, ਸ਼ਬਦ ਨਾਲ ਜੁੜੀ ਹੋਈ ਜਿਹੜੀ ਜੀਵ ਇਸਤਰੀ ਹੈ, ਜਿਹੜੇ ਸਦਾ ਫਿਰ ਆਪਣੇ ਉਸ ਕੰਤ ਵਾਹਿਗੁਰੂ ਪਰਮੇਸ਼ਰ ਦੀ ਸ਼ਰਨ ਵਿੱਚ ਪਈ ਰਹਿੰਦੀ ਹੈ। ਸੁਹਾਗਣੀ ਜਾਏ ਪੁੱਛੋ ਮੁਈਏ ਜਿਨ ਵਿੱਚੋਂ ਆਪ ਗਵਾਇਆ। ਤੇ ਹੁਣ ਦੂਸਰੀ ਫਿਰ ਜਿਹੜੀ ਮਿਲੀ ਹੋਈ ਹੈ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਜਿਹੜੇ ਨੇ ਉਹਨੂੰ ਸਦਾ ਜਪਦੇ ਨੇ, ਸਿਮਰਦੇ ਨੇ, ਜਿਨ੍ਹਾਂ ਨੇ ਕੰਤ ਨੂੰ ਪਾ ਲਿਆ, ਪਰਮੇਸ਼ਰ ਨੂੰ ਪਾ ਲਿਆ। ਫਿਰ ਜਿਹੜੀਆਂ ਦੁਹਾਗਣਾ ਜੀਵ ਇਸਤਰੀਆਂ ਨੇ, ਨਿਰਗੁਣ ਮੰਤੜੀਆਂ ਨੇ, ਜਿਨ੍ਹਾਂ ਅੰਦਰ ਗੁਣ ਨਹੀਂ, ਜਿਨ੍ਹਾਂ ਨੂੰ ਪਤਾ ਨਹੀਂ ਕਿ ਕੰਤ ਨੇ ਕਿਵੇਂ ਮਿਲਣਾ, ਉਹਦੀ ਖੁਸ਼ੀ ਕਿਵੇਂ ਮਾਣੀ ਜਾ ਸਕਦੀ ਹੈ, ਉਹਨੂੰ ਕਿਵੇਂ ਪਾਇਆ ਜਾ ਸਕਦਾ, ਉਹ ਕਹਿੰਦੀ ਹੈ ਜਿਹੜੀਆਂ ਸੁਹਾਗਣਾ ਨੇ ਉਹਨਾਂ ਨੂੰ ਜਾ ਕੇ ਪੁੱਛ, ਉਹ ਦੱਸਣਗੀਆਂ। ਜਿਹੜੀਆਂ ਫਿਰ ਮਿਲੀਆਂ ਹੋਈਆਂ ਵਾਹਿਗੁਰੂ ਪਰਮੇਸ਼ਰ ਦੇ ਪਿਆਰ ਵਾਲੀਆਂ ਜੀਵ ਇਸਤਰੀਆਂ ਨੇ, ਜਿਹੜੀਆਂ ਸੁਹਾਗਣਾ ਨੇ, ਜਿਹਨੇ ਆਪਣੇ ਕੰਤ ਨੂੰ ਪਾ ਲਿਆ, ਜਿਹਨੇ ਨੇ ਪਤੀ ਪਰਮੇਸ਼ਰ ਨਾਲ ਮਿਲਾਪ ਹੋ ਗਿਆ, ਫਿਰ ਕਹਿੰਦੀਆਂ ਉਹਨਾਂ ਨੂੰ ਜਾ ਕੇ ਪੁੱਛ ਕੇ ਉਹਨਾਂ ਨੇ ਕਿਵੇਂ ਪਾਇਆ। ਸੁਹਾਗਣੇ ਜਾਏ ਪੁੱਛੋ ਮੁਈਏ, ਹੈ ਪਿਆਰੀਏ ਉਹਨਾਂ ਸੁਹਾਗਣਾ ਨੂੰ ਜਾ ਕੇ ਪੁੱਛ ਜਿਹਨੇ ਵਿੱਚੋਂ ਆਪ ਗਵਾਇਆ, ਜਿਨ੍ਹਾਂ ਨੇ ਆਪਾ ਭਾਵ ਅੰਦਰੋਂ ਖਤਮ ਕਰ ਲਿਆ, ਜਿਨ੍ਹਾਂ ਨੇ ਆਪਣਾ ਹੰਕਾਰ ਅੰਦਰੋਂ ਦੂਰ ਕਰ ਦਿੱਤਾ, ਆਪਾ ਭਾਵ ਜਿਨ੍ਹਾਂ ਨੇ ਮਾਰ ਲਿਆ। ਉਹ ਸੁਹਾਗਣਾ ਨੂੰ ਜਾ ਕੇ ਪੁੱਛਣਾ ਕਰ ਕਿ ਕੰਤ ਕਿਵੇਂ ਮਿਲਦਾ, ਉਹ ਪਰਮੇਸ਼ਰ ਦਾ ਮਿਲਾਪ ਕਿਵੇਂ ਹੁੰਦਾ, ਉਹਨਾਂ ਦੇ ਕੋਲੋਂ ਪੁੱਛਣਾ ਕਰ। ਫਿਰ ਕਾ ਹੁਕਮ ਨਾ ਪਾਇਓ ਮੁਈਏ ਜਿਨ ਵਿੱਚੋਂ ਆਪ ਨਾ ਗਵਾਇਆ। ਤੇ ਫਿਰ ਜਦੋਂ ਉਹਨਾਂ ਸੁਹਾਗਣਾ ਦੇ ਕੋਲ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੇ ਕੋਲ ਜਾ ਕੇ ਜਦੋਂ ਫਿਰ ਪੁੱਛਦੀ ਹੈ ਜਗਿਆਸੂ ਰੂਪ ਜੀਵ ਇਸਤਰੀ ਜਿਹਦੇ ਮਨ ਅੰਦਰ ਚਾਹੂ ਹੈ ਮਿਲਣ ਦਾ, ਵੀ ਕਿਵੇਂ ਮਿਲਦਾ ਹੈ, ਤੁਸੀਂ ਕਿਵੇਂ ਪ੍ਰਾਪਤ ਕੀਤਾ ਉਹਨੂੰ, ਮੈਨੂੰ ਵੀ ਦੱਸਣਾ ਕਰੋ। ਫਿਰ ਉਹ ਜਿਹੜੀਆਂ ਸੁਹਾਗਣਾ ਇਸਤਰੀਆਂ ਨੇ, ਸੁਹਾਗਵਤੀ ਜਿਹੜੀਆਂ ਇਸਤਰੀਆਂ ਨੇ, ਪ੍ਰਭੂ ਪਰਮੇਸ਼ਰ ਦੀਆਂ ਪਿਆਰੀਆਂ ਨੇ, ਫਿਰ ਉਹ ਦੱਸਦੀਆਂ ਨੇ ਕਿ ਜਿਨ੍ਹਾਂ ਨੇ ਆਪਣਾ ਆਪ ਵਿੱਚੋਂ ਨਹੀਂ ਗਵਾਇਆ, ਆਪਾ ਭਾਵ ਨਹੀਂ ਮਾਰਿਆ, ਆਪਣੇ ਅੰਦਰੋਂ ਹੰਕਾਰ ਨੂੰ ਦੂਰ ਨਹੀਂ ਕੀਤਾ, ਫਿਰ ਕਾ ਹੁਕਮ ਨਾ ਪਾਇਓ ਮੁਈਏ, ਹੈ ਪਿਆਰੀਏ ਉਹਨਾਂ ਨੂੰ ਆਪਣੇ ਕੰਤ ਦਾ ਮਾਲਕ ਦਾ ਹੁਕਮ ਪ੍ਰਾਪਤ ਨਹੀਂ ਹੁੰਦਾ, ਉਹਦੇ ਹੁਕਮ ਵਿੱਚ ਨਹੀਂ ਆ ਸਕਦੀਆਂ। ਜਿਨ੍ਹਾਂ ਨੇ ਆਪਣਾ ਭਾਵ ਅੰਦਰੋਂ ਗਵਾਇਆ ਹੀ ਨਹੀਂ, ਆਪਾ ਆਪ ਮਾਰਿਆ ਹੀ ਨਹੀਂ, ਅੰਦਰ ਹੰਕਾਰ ਦੀ ਬਿਰਤੀ ਉਸੇ ਤਰ੍ਹਾਂ ਹੀ ਬਣੀ ਰਹੀ, ਉਹਨਾਂ ਨੂੰ ਕੰਤ ਮਾਲਕ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਜਿਨੀ ਆਪ ਗਵਾਇਆ ਤਿਨੀ ਫਿਰ ਪਾਇਆ, ਰੰਗ ਸਿਉ ਰਲੀਆਂ ਮਾਣੈ। ਫਿਰ ਉਹ ਦੱਸਦੀਆਂ ਨੇ ਕਿ ਜਿਨੀ ਆਪ ਗਵਾਇਆ, ਜਿਨ੍ਹਾਂ ਨੇ ਆਪਾ ਭਾਵ ਅੰਦਰੋਂ ਮਾਰ ਲਿਆ, ਹੰਕਾਰ ਦੀ ਬਿਰਤੀ ਨੂੰ ਖਤਮ ਕਰ ਦਿੱਤਾ, ਤਿਨੇ ਫਿਰ ਪਾਇਆ, ਕਹਿੰਦੇ ਉਹਨਾਂ ਨੇ ਪਾਇਆ ਉਸ ਮਾਲਕ ਕੰਤ ਵਾਹਿਗੁਰੂ ਪਰਮੇਸ਼ਰ ਨੂੰ। ਰੰਗ ਸਿਉ ਰਲੀਆਂ ਮਾਣੈ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀਆਂ ਹੋਈਆਂ, ਫਿਰ ਵਾਹਿਗੁਰੂ ਪਰਮੇਸ਼ਰ ਦੀ ਖੁਸ਼ੀ ਨੂੰ ਮਾਣਦੀਆਂ ਨੇ। ਜਿਨ੍ਹਾਂ ਦੇ ਅੰਦਰੋਂ ਹੰਕਾਰ ਚਲਾ ਗਿਆ, ਹਉਮੈ ਚਲੀ ਗਈ, ਮੈਂ ਮੇਰੀ ਖਤਮ ਹੋ ਗਈ, ਆਪਾ ਭਾਵ ਜਿਹੜਾ ਸੀ ਉਹ ਖਤਮ ਹੋ ਗਿਆ, ਉਹਨਾਂ ਨੂੰ ਫਿਰ ਕੰਤ ਮਿਲਦਾ ਹੈ, ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤੇ ਵਾਹਿਗੁਰੂ ਪਰਮੇਸ਼ਰ ਨੂੰ ਪ੍ਰਾਪਤ ਕਰਕੇ, ਉਹਨੂੰ ਪਾ ਕਰਕੇ ਫਿਰ ਸਦਾ ਉਹਦੇ ਰੰਗ ਵਿੱਚ ਰਤੀਆਂ ਰਹਿੰਦੀਆਂ ਨੇ, ਰੰਗੀਆਂ ਹੋਈਆਂ, ਫਿਰ ਸਦਾ ਹੀ ਉਹਦੇ ਖੁਸ਼ੀ ਨੂੰ ਮਾਣਦੀਆਂ ਹਨ। ਸਦਾ ਰੰਗ ਰਾਤੇ ਸਹਿਜ ਮਾਤੇ, ਅਨ ਦਿਨ ਨਾਮ ਵਖਾਣੈ। ਫਿਰ ਉਹ ਸਦਾ ਦਿਨੇ ਰਾਤ ਉਹਦੇ ਰੰਗ ਵਿੱਚ ਰਤੀਆਂ ਰਹਿੰਦੀਆਂ ਨੇ, ਉਹਦੇ ਰੰਗ ਵਿੱਚ ਸਦਾ ਹੀ ਰਤੀਆਂ ਰਹਿੰਦੀਆਂ ਨੇ। ਸਦਾ ਰੰਗ ਰਾਤੀ ਸਹਿਜੇ ਮਾਤੀ, ਸਹਿਜ ਅਵਸਥਾ ਦੇ ਵਿੱਚ ਫਿਰ ਮਸਤ ਹੋਈਆਂ ਰਹਿੰਦੀਆਂ ਨੇ, ਕਿਉਂਕਿ
ਕਿਉਂਕਿ ਜੇ ਜੀਵਨ ਦੇ ਅੰਦਰ ਸਹਿਜ ਹੀ ਨਹੀਂ, ਟਿਕਾਊ ਹੀ ਨਹੀਂ ਬਣਿਆ, ਉਨੀ ਦੇਰ ਤੱਕ ਸਾਡੀ ਸੁਰਤ ਜੁੜ ਨਹੀਂ ਸਕਦੀ। ਜੇ ਅੰਦਰ ਭਟਕਣਾ ਲੱਗੀ ਹੋਈ ਹੈ, ਇੱਧਰ ਉੱਧਰ ਜੇ ਮਨ ਦੌੜਿਆ ਫਿਰਦਾ, ਸਹਿਜ ਅਵਸਥਾ ਬਣੀ ਨਹੀਂ, ਉਨੀ ਦੇਰ ਤੱਕ ਆਨੰਦ ਨਹੀਂ ਆ ਸਕਦਾ, ਉਨੀ ਦੇਰ ਤੱਕ ਰਸ ਨਹੀਂ ਪ੍ਰਾਪਤ ਹੋ ਸਕਦਾ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਦੀ ਰਹਿਮਤ ਹੋਈ, ਆਪਾ ਭਾਵ ਅੰਦਰੋਂ ਗਵਾ ਲਿਆ, ਉਹਦੇ ਰੰਗ ਵਿੱਚ ਰਤੇ ਗਏ, ਸਦਾ ਰੰਗ ਰਾਤੀ ਸਹਿਜੇ ਮਾਤੀ, ਤੇ ਰੰਗ ਵਿੱਚ ਰਤੀਆਂ ਹੋਈਆਂ ਫਿਰ ਸਹਿਜ ਦੇ ਵਿੱਚ, ਸਹਿਜ ਅਵਸਥਾ ਵਿੱਚ ਮਸਤ ਹੋਈ ਰਹਿੰਦੀਆਂ ਨੇ। ਅਣ ਦਿਨ ਨਾਮ ਵਖਾਣਾ, ਦਿਨੇ ਰਾਤ ਉਹਦੇ ਨਾਮ ਨੂੰ ਵਖਾਣਾ ਤੋਂ ਭਾਵ ਜਪਦੀਆਂ ਨੇ, ਸਿਮਰਦੀਆਂ ਨੇ। ਉਹ ਫਿਰ ਮੰਗਦੀਆਂ ਗੁਰੂ ਕੋਲੋਂ ਇਹ ਆ ਕੇ ਨੇ, ਵਿਸਰਨਾ ਏ ਦਾਤਾਰ ਆਪਣਾ ਨਾਮ ਦੇਹੋ, ਵਿਸਰਨਾ ਹੈ 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 ਦਾਤਾਰ ਆਪਣਾ ਨਾਮ ਦੇਹੋ। ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ, ਗਾਵਾ ਦਿਨ ਰਾਤ ਨਾਨਕ ਚਾਓ ਇਹੋ, ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ। ਫਿਰ ਉਹ ਇਹ ਕਹਿੰਦੀਆਂ, ਇਹ ਚਾਓ ਬਣਿਆ ਰਹੇ, ਦਿਨੇ ਰਾਤ ਤੇਰੇ ਗੁਣ ਗਾਉਂਦੇ ਰਹੀਏ। ਫਿਰ ਐਸੀਆਂ ਜਿਹੜੀਆਂ ਜੀਵ ਇਸਤਰੀਆਂ ਨੇ, ਉਹ ਫਿਰ ਦਿਨੇ ਰਾਤ ਆਪਣੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਵਖਾਣਦੀਆਂ, ਸਿਮਰਦੀਆਂ ਹਨ। ਕਾਮਣ ਵੱਡ ਭਾਗੀ ਅੰਤਰ ਲਿਵ ਲਾਗੇ, ਹਰ ਕਾ ਪ੍ਰੇਮ ਸੁਭਾਇਆ। ਉਹ ਵੱਡਿਆਂ ਭਾਗਾਂ ਵਾਲੀਆਂ ਕਾਮਨ ਜੀਵ ਇਸਤਰੀਆਂ ਅੰਤਰ ਲਿਵ ਲਾਗੀ, ਜਿਨ੍ਹਾਂ ਦੀ ਲਿਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਲੱਗ ਗਈ। ਹਰ ਕਾ ਪ੍ਰੇਮ ਸੁਭਾਇਆ, ਹਰੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਫਿਰ ਉਹਨਾਂ ਨੂੰ ਭਾਉਂਦਾ ਹੈ, ਚੰਗਾ ਲੱਗਦਾ ਹੈ। ਉਹ ਵੱਡਿਆਂ ਭਾਗਾਂ ਵਾਲੀਆਂ ਜੀਵ ਇਸਤਰੀਆਂ ਨੇ, ਜਿਨ੍ਹਾਂ ਦੀ ਲਿਵ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਜੁੜੀ ਹੈ, ਪ੍ਰੀਤ ਬਣੀ ਹੈ। ਉਹ ਹਰੀ ਵਾਹਿਗੁਰੂ ਪਰਮੇਸ਼ਰ ਦਾ ਪ੍ਰੇਮ ਫਿਰ ਉਹਨਾਂ ਨੂੰ ਚੰਗਾ ਲੱਗਦਾ ਹੈ। ਨਾਨਕ ਕਾਮਣ ਸਹਿਜੇ ਰਾਤੇ, ਦਿਨ ਸੱਚ ਸ਼ਿੰਗਾਰ ਬਣਾਇਆ। ਨਾਨਕ ਕਾਮਣ ਸਹਿਜੇ ਰਾਤੀ, ਉਹ ਜੀਵ ਇਸਤਰੀ ਸਹਿਜ ਦੇ ਵਿੱਚ ਰਹਿ ਕਰਕੇ ਵਾਹਿਗੁਰੂ ਪਰਮੇਸ਼ਰ ਸਹਿਜ ਅਵਸਥਾ ਵਿੱਚ ਟੇਕੇ, ਉਹ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰਤੀ ਰਹਿੰਦੀ ਹੈ। ਜਿਨ ਸੱਚ ਸ਼ਿੰਗਾਰ ਬਣਾਇਆ, ਜਿਹਨੇ ਸੱਚ ਦਾ ਸ਼ਿੰਗਾਰ ਧਾਰਨ ਕੀਤਾ, ਸ਼ੁਭ ਗੁਣਾਂ ਦਾ ਸ਼ਿੰਗਾਰ ਜਿਹਨੇ ਦਇਆ ਬਣਾਉਣਾ ਕੀਤਾ, ਦਇਆ ਖਿਮਾ ਸਹਿਜ ਉਹਦੇ ਅੰਦਰ ਆ ਗਿਆ। ਜਿਹੜੇ ਅਜਿਹੇ ਸ਼ੁਭ ਗੁਣ ਨੇ, ਪਰਉਪਕਾਰ ਵਾਲੀ ਬਿਰਤੀ ਜਿਹੜੀ ਹੈ, ਉਹ ਸ਼ੁਭ ਗੁਣਾਂ ਦੇ ਧਾਰਨੀ ਹੋ ਕੇ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਪ੍ਰੀਤ ਬਣਾਈ। ਫਿਰ ਇਹਨਾਂ ਜਿਹੜੇ ਸ਼ੁਭ ਗੁਣਾਂ ਦਾ ਸ਼ਿੰਗਾਰ ਬਣਾਉਣਾ ਕੀਤਾ। ਹੋਮੈ ਮਾਰ ਮੁਈਏ ਤੂੰ ਚੱਲ ਗੁਰ ਕੈ ਭਾਏ। ਹੇ ਪਿਆਰੀਏ, ਤੂੰ ਆਪਣੇ ਅੰਦਰੋਂ ਹਉਮੈ ਨੂੰ ਮਾਰਨਾ ਕਰ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕਠਾਏ। ਹਉਮੈ ਦੀਰਘ ਰੋਗ ਹੈ, ਬੜਾ ਵੱਡਾ ਰੋਗ ਹੈ ਹਉਮੈ ਦਾ। ਬਖਸ਼ਿਸ਼ ਕਰਦੇ ਆ ਸਾਹਿਬ ਜੀ ਚੌਥੇ ਬੰਦ ਕਹਿੰਦੇ ਨੇ, ਹਉਮੈ ਮਾਰ ਮੁਈਏ। ਇਹ ਪਿਆਰੀਏ, ਆਪਣੇ ਅੰਦਰੋਂ ਹਉਮੈ ਨੂੰ ਮਾਰਨਾ ਕਰ। ਹੁਣ ਹਉਮੈ ਵੀ ਨਾ ਛੱਡੀਏ, ਗੁਰੂ ਘਰ ਵੀ ਚੱਲ ਕੇ ਆ ਗਏ, ਅੰਦਰੋਂ ਹਉਮੈ ਗਈ ਨਾ, ਹੰਕਾਰ ਗਿਆ ਹੀ ਨਾ, ਫਿਰ ਗੁਰੂ ਦਾ ਉਪਦੇਸ਼ ਕਿੱਥੇ ਵਸੇਗਾ ਹਿਰਦੇ ਵਿੱਚ?
ਜਦੋਂ ਅੰਦਰੋਂ ਹਉਮੈ ਚਲੀ ਗਈ, ਹੰਕਾਰ ਚਲਾ ਗਿਆ, ਫਿਰ ਗੁਰੂ ਦਾ ਸ਼ਬਦ ਵਸਦਾ ਹਿਰਦੇ 'ਚ, ਗੁਰੂ ਦਾ ਉਪਦੇਸ਼ ਫਿਰ ਹਿਰਦੇ ਵਿੱਚ ਵਸਦਾ। ਤੂੰ ਚੱਲ ਗੁਰ ਕੈ ਭਾਏ, ਤੂੰ ਗੁਰੂ ਦੇ ਭਾਣੇ ਦੇ ਵਿੱਚ ਚੱਲਣਾ ਸਿੱਖ। ਆਪਣੀ ਹਉਮੈ ਛੱਡ ਦੇ, ਹਉਮੈ ਦਾ ਤਿਆਗ ਕਰਕੇ, ਹਉਮੈ ਨੂੰ ਮਾਰ ਕੇ ਗੁਰੂ ਦਾ ਭਾਣਾ ਮੰਨਣਾ ਜਿਹੜਾ ਉਹ ਕਰ, ਗੁਰੂ ਦੇ ਭਾਣੇ ਦੇ ਵਿੱਚ ਚੱਲਣਾ ਕਰ। ਕਿਉਂਕਿ ਜਿਹੜੇ ਗੁਰੂ ਦੇ ਭਾਣੇ ਵਿੱਚ ਚੱਲਦੇ ਨੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜੇ ਆਪਣੇ ਭਾਣੇ ਜੋ ਚੱਲੈ ਪਾਈ, ਵਿਛੜ ਚੋਟਾ ਖਾਏ, ਜਿਹੜੇ ਫਿਰ ਆਪਣੇ ਅਨੁਸਾਰ ਚੱਲਦੇ ਨੇ, ਆਪ ਮੁਹਾਰੇ ਹੋ ਕੇ, ਫਿਰ ਵਾਹਿਗੁਰੂ ਪਰਮੇਸ਼ਰ ਤੋਂ ਵਿਛੜ ਕੇ ਫਿਰ ਚੋਟਾਂ ਸਹਿੰਦੇ ਨੇ, ਚੋਟਾਂ ਖਾਂਦੇ ਨੇ। ਇਸ ਕਰਕੇ ਹਉਮੈ ਨੂੰ ਮਾਰ ਕੇ ਆਪਣੇ ਗੁਰੂ ਦੇ ਭਾਣੇ ਦੇ ਵਿੱਚ ਚੱਲਣਾ ਕਰ। ਹਰ ਵਾਰ ਰਾਵੈ ਸਦਾ ਮੁਈਏ, ਨਿਜ ਘਰ ਵਾਸਾ ਪਾਏ। ਇਹ ਪਿਆਰੀਏ ਜੀਵ ਇਸਤਰੀਏ, ਜਦੋਂ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਮਾਰ ਲਵੇਂਗੇ, ਤੇਰੇ ਅੰਦਰੋਂ ਹਉਮੈ ਚਲੀ ਜਾਵੇਗੀ। ਹਰ ਵਾਰ ਰਾਵਹਿ ਸਦਾ, ਫਿਰ ਸਦਾ ਹੀ ਆਪਣੇ ਉਸ ਵਾਰ ਪ੍ਰਭੂ ਪਰਮੇਸ਼ਰ ਕੰਤ ਨੂੰ ਤੂੰ ਮਾਨੇਗੀ। ਫਿਰ ਤੇਰੇ ਕੋਲੋਂ ਦੂਰ ਨਹੀਂ ਜਾਂਦਾ, ਉਹ ਵਿਛੜਦਾ ਨਹੀਂ, ਨਾ ਉਹ ਜੰਮਦਾ, ਨਾ ਮਰਦਾ, ਨਾ ਉਹ ਬਜ਼ੁਰਗ ਹੁੰਦਾ, ਬੁੱਢਾ ਹੁੰਦਾ, ਉਹ ਸਦਾ ਹੀ ਜਵਾਨ ਅਵਸਥਾ ਵਿੱਚ ਰਹਿੰਦਾ। ਐਸੇ ਉਸ ਵਾਹਿਗੁਰੂ ਪਰਮੇਸ਼ਰ ਆਪਣੇ ਕੰਤ ਨੂੰ ਫਿਰ ਸਦਾ ਹੀ ਮਾਨੇਗੀ। ਨਿਜ ਘਰ ਵਾਸਾ ਪਾਏ, ਨਿਜ ਸਰੂਪ ਦੀ ਫਿਰ ਤੈਨੂੰ ਪ੍ਰਾਪਤੀ ਹੋ ਜਾਏਗੀ। ਨਿਜ ਘਰ ਵਿੱਚ ਤੂੰ ਟਿਕ ਜਾਏਗੀ, ਨਿਜ ਘਰ ਦੇ ਵਿੱਚ ਤੇਰਾ ਵਾਸਾ ਹੋ ਜਾਵੇਗਾ। ਨਿਜ ਘਰ ਵਾਸਾ ਪਾਏ, ਸ਼ਬਦ ਵਜਾਏ, ਸਦਾ ਸੁਹਾਗਣ ਨਾਰੇ। ਫਿਰ ਉਹ ਜੀਵ ਇਸਤਰੀ ਸਦਾ ਸੁਹਾਗਣ ਹੈ। ਕਿਹੜੀ? ਜਿਹੜੀ ਨਿਜ ਘਰ ਵਾਸਾ ਪਾਏ, ਜਿਹਦਾ ਵਾਸ ਨਿਜ ਘਰ ਦੇ ਵਿੱਚ ਹੋ ਗਿਆ, ਜਿਹੜੀ ਨਿਜ ਘਰ ਵਿੱਚ ਟਿਕ ਗਈ, ਉਹਦੀ ਭਟਕਣਾ ਖਤਮ ਹੋ ਗਈ, ਨਿਜ ਸਰੂਪ ਦੀ ਪ੍ਰਾਪਤੀ ਹੋ ਗਈ, ਨਿਜ ਘਰ ਵਿੱਚ ਟਿਕ ਗਈ। ਸ਼ਬਦ ਵਜਾਏ, ਫਿਰ ਸ਼ਬਦ ਨੂੰ ਗਾਉਂਦੀ ਹੈ ਸਦਾ। ਫਿਰ ਸ਼ਬਦ ਨੂੰ ਨਿਜ ਘਰ ਵਿੱਚ ਟਿਕ ਕੇ, ਨਿਜ ਘਰ ਦੇ ਨਿਜ ਸਰੂਪ ਦੀ ਪ੍ਰਾਪਤੀ ਕਰਕੇ ਫਿਰ ਸ਼ਬਦ ਨੂੰ ਉਹ ਗਾਉਂਦੀ ਹੈ ਸਦਾ। ਮੁਖ ਤੋਂ ਸ਼ਬਦ ਨੂੰ ਜਪਦੀ ਹੈ। ਤੇਰ ਰਲਿਆਲਾ ਜੋਬਨ ਬਾਲਾ, ਅਨ ਦਿਨ ਕੰਤ ਸਵਾਰੇ। ਫਿਰ ਰਲਿਆਲਾ, ਉਹ ਫਿਰ ਸਦਾ ਹੀ ਖੁਸ਼ੀਆਂ ਦੇਣ ਵਾਲਾ ਹੈ, ਸਦਾ ਹੀ ਖੁਸ਼ੀਆਂ ਬਖਸ਼ਦਾ ਹੈ। ਜੋਬਨ ਬਾਲਾ, ਉਹ ਸਦਾ ਜਵਾਨ ਰਹਿੰਦਾ, ਕਦੀ ਬੁੱਢਾ ਨਹੀਂ ਹੁੰਦਾ, ਨਾ ਉਹ ਮਰਦਾ ਨਾ ਬੁੱਢਾ ਹੁੰਦਾ, ਉਹ ਸਦਾ ਹੀ ਜਵਾਨ ਅਵਸਥਾ ਵਿੱਚ ਰਹਿੰਦਾ। ਐਸਾ ਜਿਹੜਾ ਉਹ ਵਾਹਿਗੁਰੂ ਪਰਮੇਸ਼ਰ ਕੰਤ ਮਾਲਕ ਹੈ, ਅਣ ਦਿਨ ਕੰਤ ਸਵਾਰੀ। ਤੇ ਦਿਨੇ ਰਾਤ ਉਹ ਕੰਤ ਮਾਲਕ ਵਾਹਿਗੁਰੂ ਪਰਮੇਸ਼ਰ ਫਿਰ ਜਿਹੜੀਆਂ ਉਹਦੀਆਂ ਪਿਆਰੀਆਂ ਜੀਵ ਇਸਤਰੀਆਂ ਨੇ, ਜਿਹੜੇ ਉਹਦੇ ਨਾਮ ਨੂੰ ਜਪਣ ਵਾਲੇ ਨੇ, ਉਹਨਾਂ ਦੇ ਜੀਵਨ ਨੂੰ ਦਿਨੇ ਰਾਤ ਸਵਾਰਦਾ। ਫਿਰ ਦਿਨੇ ਰਾਤ ਉਹਨਾਂ ਦੇ ਜੀਵਨ ਨੂੰ ਸਵਾਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ। ਹਰ ਵਾਰ ਸੁਹਾਗੋ ਮਸਤਕ ਭਾਗੋ, ਸੱਚੇ ਸ਼ਬਦ ਸੁਹਾਏ। ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਨੇ, ਹਰ ਵਾਰ ਸੁਹਾਗੋ, ਉਹਨਾਂ ਨੂੰ ਹਰੀ ਵਾਹਿਗੁਰੂ ਪਰਮੇਸ਼ਰ ਰੂਪੀ ਵਰ ਦੀ ਪ੍ਰਾਪਤੀ ਹੁੰਦੀ ਹੈ। ਉਹਨਾਂ ਨੂੰ ਸੁਹਾਗ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਨੇ। ਬਿਨਾਂ ਭਾਗਾਂ ਤੋਂ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਹਿਬ ਜੀ। ਕਿਉਂਕਿ ਆਪ ਵੀ ਹੁਣ ਗੁਰਸ਼ਰਨ ਵਿੱਚ ਚੱਲ ਕੇ ਆਉਂਦੇ ਹੋ, ਤੇ ਵੱਡਿਆਂ ਭਾਗਾਂ ਤੋਂ ਬਿਨਾਂ ਜੀਵ ਚੱਲ ਕੇ ਨਹੀਂ ਆ ਸਕਦਾ। ਵੱਡਿਆਂ ਭਾਗਾਂ ਤੋਂ ਬਿਨਾਂ ਸਤਸੰਗਤ ਦੀ ਪ੍ਰਾਪਤੀ ਨਹੀਂ, ਵੱਡਿਆਂ ਭਾਗਾਂ ਤੋਂ ਬਿਨਾਂ ਮਨੁੱਖ ਨਾਮ ਨਹੀਂ ਜਪ ਸਕਦਾ। ਜਿਨ੍ਹਾਂ ਦੇ ਮਸਤਕ ਦੇ ਚੰਗੇ ਭਾਗ ਨੇ, ਉਹਨਾਂ ਨੂੰ ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਸਦਾ ਖੁਸ਼ੀਆਂ ਬਖਸ਼ਣ ਵਾਲਾ, ਸਦਾ ਜੋਬਨ ਜਵਾਨੀ ਦੀ ਅਵਸਥਾ ਵਿੱਚ ਰਹਿਣ ਵਾਲਾ ਜਿਹੜਾ ਮਾਲਕ ਹੈ, ਉਹ ਪ੍ਰਾਪਤ ਹੋ ਜਾਂਦਾ ਹੈ। ਉਹ ਸੁਹਾਗ ਨੂੰ ਪ੍ਰਾਪਤ ਕਰ ਲੈਂਦੀਆਂ ਨੇ। ਸੱਚਾ ਸ਼ਬਦ ਸੁਹਾਏ, ਸੱਚੇ ਸ਼ਬਦ ਜਿਹੜਾ ਫਿਰ ਉਹ ਸੱਚੇ ਵਾਹਿਗੁਰੂ ਪਰਮੇਸ਼ਰ ਦਾ ਸ਼ਬਦ ਵਿੱਚ ਸੁਹਾਵਣੀਆਂ ਸ਼ੋਭਨੀਕ ਰਹਿੰਦੀਆਂ ਨੇ। ਉਹ ਸੁਹਾਵਣਾ ਚੰਗਾ ਲੱਗਦਾ ਆਪਣੇ ਮਾਲਕ ਦਾ ਜਿਹੜਾ ਸ਼ਬਦ ਹੈ। ਨਾਨਕ ਕਾਮਣ ਹਰ ਰੰਗ ਰਾਤੇ,
ਜਾਂ ਚੱਲੈ ਸਤਿਗੁਰ ਭਾਏ। ਤੇ ਜਿਹੜੀ ਜੀਵ ਇਸਤਰੀ ਹਰੀ ਵਾਹਿਗੁਰੂ ਪਰਮੇਸ਼ਰ ਦੇ ਰੰਗ ਵਿੱਚ ਰਤੀ ਹੋਈ ਹੈ, ਤਦਾਕਾਰ ਹੈ, ਜਾ ਚੱਲੈ ਸਤਿਗੁਰ ਭਾਏ, ਉਹ ਫਿਰ ਆਪਣੇ ਗੁਰੂ ਦੇ ਭਾਣੇ ਦੇ ਵਿੱਚ ਚੱਲਦੀ ਹੈ। ਤੇ ਜਿਹੜੀ ਗੁਰੂ ਕੇ ਭਾਣੇ ਵਿੱਚ ਚੱਲਦੀ ਹੈ, ਫਿਰ ਉਹ ਸਦਾ ਹੀ ਉਸ ਹਰੀ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੰਗ ਵਿੱਚ ਰਤੀ ਰਹਿੰਦੀ ਹੈ, ਤਦਾਕਾਰ ਹੋਈ ਰਹਿੰਦੀ ਹੈ। ਫਿਰ ਸਦਾ ਰਤੇ ਰਹਿੰਦੇ ਨੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਪਿਆਰੇ ਨੇ, ਜਗਿਆਸੂ ਨੇ, ਨਾਮ ਜਪਣ ਵਾਲੇ, ਉਹ ਜਿਨ੍ਹਾਂ ਨੂੰ ਭਾਣਾ ਮੰਨਣ ਦੀ ਜਾਚ ਆ ਗਈ, ਜਿਨ੍ਹਾਂ ਨੇ ਭਾਣੇ ਨੂੰ ਮੰਨ ਲਿਆ। ਖਡੂਰ ਸਾਹਿਬ ਦੀ ਧਰਤੀ ਤੇ ਰਹਿਣ ਵਾਲੇ ਭਾਈ ਸ਼ੀਹਾਂ ਜੀ, ਜਿਨ੍ਹਾਂ ਦੇ ਜੀਵਨ ਨੂੰ ਵੇਖ ਕਰਕੇ ਧੰਨ ਗੁਰੂ ਅੰਗਦ ਸਾਹਿਬ ਪਾਤਸ਼ਾਹ ਜਦੋਂ ਭਾਈ ਲਹਿਣੇ ਦੇ ਰੂਪ ਵਿੱਚ ਨੇ ਭਾਈ ਜੋਧ ਕੋਲੋਂ ਬਾਣੀ ਸੁਣੀ ਤੇ ਭਾਈ ਸ਼ੀਹੇ ਦਾ ਜਦੋਂ ਜੀਵਨ ਵੇਖਿਆ ਤੇ ਵੇਖ ਕਰਕੇ ਉਸੇ ਵਕਤ ਜੀਵਨ ਬਦਲ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆ ਗਏ। ਐਸੀ ਖਿੱਚ ਪਈ ਪ੍ਰੇਮ ਦੇ ਅੰਦਰੋਂ। ਭਾਈ ਸ਼ੀਹੇ ਦੇ ਘਰ ਵਿੱਚ ਬੜੀ ਗਰੀਬੀ ਸੀ, ਦਿਹਾੜੀ ਕਰਨੀ, ਮਸ਼ੱਕਤ ਕਰਨੀ, ਉਹਦਾ ਰਾਸ਼ਨ ਲਿਆਉਣਾ, ਭੋਜਨ ਪ੍ਰਸ਼ਾਦ ਛਕ ਲੈਣਾ। ਇੱਕ ਦਿਨ ਭਾਈ ਸ਼ੀਹਾਂ ਕੰਮਕਾਰ ਲਈ ਗਏ, ਕੰਮਕਾਰ ਬਹੁਤਾ ਨਾ ਮਿਲਿਆ, ਬਹੁਤ ਘੱਟ ਜਿਹੜੀ ਮਜ਼ਦੂਰੀ ਮਿਲੀ, 3 ਪੈਸੇ ਮਿਲੇ। ਉਹ ਲੈ ਕੇ ਜਦੋਂ ਭਾਈ ਲਹਿਣਾ ਜੀ ਦੀ ਦੁਕਾਨ ਤੇ ਗਏ ਤੇ ਭਾਈ ਲਹਿਣਾ ਦੀ ਦੁਕਾਨ ਤੇ ਜਾ ਕੇ ਰਾਸ਼ਨ ਮੰਗਿਆ। ਹੁਣ 3 ਪੈਸਿਆਂ ਦਾ ਰਾਸ਼ਨ ਸੀ, ਮਿਰਚ ਮਸਾਲਾ ਆਦਿ, ਆਟਾ ਤੇਲ। ਜਦੋਂ ਦੇਣ ਲੱਗੇ ਤੇ ਹੁਣ ਬਹੁਤ ਥੋੜਾ ਆਇਆ। 2 ਬੁੱਕ ਭਰ ਕੇ ਭਾਈ ਲਹਿਣਾ ਜੀ, ਗੁਰੂ ਅੰਗਦ ਦੇ ਪਾਤਸ਼ਾਹ ਜੀ, ਉਹਨਾਂ ਨੇ 2 ਬੁੱਕ ਭਰ ਕੇ ਜਿਹੜੇ ਸਨਾਟੇ ਦੇ ਵੱਧ ਪਾ ਦਿੱਤੇ। ਤੇ ਭਾਈ ਸ਼ੀਹਾਂ ਕਹਿੰਦਾ, ਇਹ ਕੀ ਕੀਤਾ ਇਹ ਲਹਿਣਿਆ, ਇਹ ਵਿੱਚੋਂ ਕੱਢ ਲੈ, ਮੇਰੇ ਤੇ ਤਰਸ ਕਰ, ਮੈਨੂੰ ਆਪਣੀ ਮਿਹਨਤ ਦੀ ਖਾਣ ਦੇ। ਬੜਾ ਕਿਹਾ ਪਰ ਨਹੀਂ ਮੰਨੇ, ਉਹ ਕੱਢਣਾ ਪਿਆ। ਆਖਰ ਘਰ ਆ ਗਏ ਤੇ ਭਾਈ ਸ਼ੀਹੇ ਦੀ ਘਰਵਾਲੀ ਨੇ ਜਦੋਂ ਪ੍ਰਸ਼ਾਦਾ ਬਣਾਇਆ, ਹੁਣ ਕਿਹੜੀਆਂ ਸੁਹਾਗਣਾ ਨੇ ਜਿਨ੍ਹਾਂ ਦੇ ਬਾਬਤ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ 2 ਸਖੀਆਂ ਸਹੇਲੀਆਂ ਜਿਹੜੀਆਂ ਨੇ ਸੁਹਾਗਣਾ ਦਾ ਜਿਹੜਾ ਸੰਵਾਦ ਰਚ ਕੇ ਉਪਦੇਸ਼ ਦਿੱਤਾ। 3 ਪ੍ਰਸ਼ਾਦੇ ਬਣੇ। 3 ਪ੍ਰਸ਼ਾਦੇ ਬਣਾ ਕੇ ਹੁਣ 2 ਪ੍ਰਸ਼ਾਦੇ ਜਿਹੜੇ ਨੇ ਭਾਈ ਸ਼ੀਹੇ ਦੀ ਘਰਵਾਲੀ ਨੇ ਭਾਈ ਸ਼ੀਹੇ ਦੇ ਅੱਗੇ ਜਿਹੜੇ ਸੀ ਪਰੋਸੇ ਥਾਲੀ ਵਿੱਚ। ਤੇ ਭਾਈ ਸ਼ੀਹੇ ਨੇ ਵੇਖਿਆ ਕਿ ਘਰਵਾਲੀ ਦੀ ਥਾਲੀ ਵਿੱਚ 1 ਪ੍ਰਸ਼ਾਦਾ ਤੇ ਇੱਧਰ 2 ਨੇ। ਕਹਿਣ ਲੱਗਾ, ਭਾਗਵਾਨੇ, ਆ ਛੋਟਾ ਜਿਹਾ ਬੱਚਾ ਤੇਰੀ ਗੋਦ ਵਿੱਚ ਹੈ, ਤੂੰ ਪ੍ਰਸ਼ਾਦੇ 2 ਛਕ ਲੈ, ਮੈਂ 1 ਛਕ ਲੈਣਾ, ਇਹਨੇ ਤੇਰਾ ਦੁੱਧ ਵੀ ਲੈਣਾ, ਇਸ ਕਰਕੇ ਤੈਨੂੰ ਜ਼ਿਆਦਾ ਲੋੜ ਹੈ। ਉਹ ਕਹਿਣ ਲੱਗੀ, ਨਹੀਂ, ਤੁਸੀਂ ਸਾਰਾ ਦਿਨ ਹੱਡ ਭੰਨਵੀਂ ਮਿਹਨਤ ਕਰਦੇ ਹੋ, ਮਜ਼ਦੂਰੀ ਮਸ਼ੱਕਤ ਕਰਦੇ ਹੋ, ਇਸ ਕਰਕੇ 2 ਪ੍ਰਸ਼ਾਦੇ ਤੁਸੀਂ ਛਕੋ, ਮੈਂ 1 ਨਾਲ ਗੁਜ਼ਾਰਾ ਕਰ ਲਵਾਂਗੀ। ਇਸ ਤਰ੍ਹਾਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਜੇ ਕਹਿ ਰਹੇ ਨੇ, ਇੰਨੇ ਨੂੰ ਕੋਈ ਲੋੜਵੰਦ ਚੱਲ ਕੇ ਆਇਆ, ਦਰਵਾਜ਼ੇ ਤੇ ਦਸਤਕ ਦਿੱਤੀ, ਦਰਵਾਜ਼ਾ ਖੜਕਾਇਆ ਤੇ ਭਾਈ ਸ਼ੀਹੇ ਨੇ ਖੋਲ੍ਹਿਆ ਦਰਵਾਜ਼ਾ ਤੇ ਕਹਿੰਦਾ, ਭੁੱਖ ਬਹੁਤ ਲੱਗੀ ਹੈ, ਨਗਰ ਵਿੱਚ ਫਿਰ ਕੇ ਆਇਆ ਤੇ ਪਤਾ ਲੱਗਾ ਜੇ ਪ੍ਰਸ਼ਾਦਾ ਛਕਣੇ ਭਾਈ ਸ਼ੀਹੇ ਦੇ ਘਰ ਚਲਾ ਜਾ ਤੇ ਭੁੱਖ ਬੜੀ ਲੱਗੀ ਹੈ। ਹੁਣ ਕਹਿਣ ਲੱਗੇ, ਲੈ, ਭਾਈ ਸ਼ੀਹਾਂ ਕਹਿੰਦਾ, ਆਪਣੇ 3 ਪ੍ਰਸ਼ਾਦਿਆਂ ਕਰਕੇ ਆਪਾਂ ਇੱਕ ਦੂਜੇ ਨਾਲ ਬਹਿਸ ਰਹੇ ਸੀ, ਤੂੰ ਵੱਧ ਛਕ ਲੈ, ਤੂੰ ਛਕ ਲੈ। ਗੁਰੂ ਨਾਨਕ ਨੇ 3ਜਾ ਪ੍ਰਸ਼ਾਦਾ ਛਕਣ ਵਾਲਾ ਆਪੇ ਭੇਜ ਦਿੱਤਾ। ਪ੍ਰਸ਼ਾਦਾ 1 ਛਕਾਇਆ, ਭੁੱਖ ਨਹੀਂ ਮਿਟੀ, ਦੂਜਾ ਵੀ ਛਕਾ ਦਿੱਤਾ। 1 ਪ੍ਰਸ਼ਾਦਾ ਦੋਵਾਂ ਜੀਆਂ ਨੇ ਵੰਡ ਕੇ ਛਕ ਲਿਆ ਤੇ ਗੁਰੂ ਨਾਨਕ ਦਾ ਸ਼ੁਕਰ ਕੀਤਾ। ਉਹ ਘਰ ਜਿਹੜਾ ਸਵਰਗ ਹੈ, ਜਿੱਥੇ ਐਸਾ ਪਿਆਰ ਹੈ, ਜਿੱਥੇ ਐਸੀ ਭਾਵਨਾ ਹੈ। ਸੋ ਜਿਹੜੀਆਂ ਜੀਵ ਇਸਤਰੀਆਂ ਫਿਰ ਆਪਣੇ ਪਤੀ ਦੇ ਖੁਸ਼ੀ ਨੂੰ ਮਾਣਦੀਆਂ ਨੇ। ਇਸੇ ਤਰ੍ਹਾਂ ਚ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਜਿਹੜਾ ਇਹ ਪਾਵਨ ਉਪਦੇਸ਼ ਦੇ ਕੇ ਸਮਝਾਉਣਾ ਕੀਤਾ ਹੈ ਕਿ ਜਿਨ੍ਹਾਂ ਨੂੰ ਗੁਰੂ ਦਾ ਭਾਣਾ ਮੰਨਣਾ ਆ ਗਿਆ, ਗੁਰੂ ਦੇ ਭਾਣੇ ਵਿੱਚ ਆ ਗਈਆਂ, ਉਹ ਆਪਣੇ ਮਾਲਕ ਨੂੰ ਫਿਰ ਸਦਾ ਭਾਉਂਦੀਆਂ ਨੇ, ਸਦਾ ਚੰਗੀਆਂ ਲੱਗਦੀਆਂ ਨੇ। ਉਹਦੇ ਰੰਗ ਵਿੱਚ ਉਹ ਜੀਵ ਇਸਤਰੀਆਂ ਫਿਰ ਸਦਾ ਰਤੀਆਂ ਰੰਗੀਆਂ ਰਹਿੰਦੀਆਂ ਹਨ।
ਸੋ ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਵਿਚਾਰਾਂ ਨੂੰ ਸੰਕੋਚਦੇ ਹਾਂ। ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਅਗਾਧ ਬੋਧ ਬਾਣੀ ਹੈ। ਐਸੀ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਭੁੱਲਾਂ ਨਾ ਚਤਾਰਨੀਆਂ ਅਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਸਤਿਗੁਰੂ ਜੀ ਰਹਿਮਤ ਤਰਸ ਕਰਨੇ ਹੋਈਆਂ ਵਿਚਾਰਾਂ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਣ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਵਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।